ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਬਿਲਾਵਲ ਮਹਲਾ ਪੰਜਵਾ। ਘਰ ਚੌਥਾ ਦੋ ਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਵਣ ਸੰਜੋਗ ਮਿਲੋਂ ਪ੍ਰਭ ਆਪਣੇ। ਪਲ ਪਲ ਨਿਮਖ ਸਦਾ ਹਰ ਜਪਨੇ। ਚਰਨ ਕਮਲ ਪ੍ਰਭ ਕੇ ਨਿਤ ਧਿਆਵੋ। ਕਵਣ ਸੋ ਮਤ ਜਿਤ ਪ੍ਰੀਤਮ ਪਾਵੋ। ਚਰਨ ਕਮਲ ਪ੍ਰਭ ਕੇ ਨਿਤ ਧਿਆਵੋ। ਕਵਣ ਸੋ ਮਤ ਜਿਤ ਪ੍ਰੀਤਮ ਪਾਵੋ। ਰਹਾਉ ਐਸੀ ਕਿਰਪਾ ਕਰੋ ਪ੍ਰਭ ਮੇਰੇ। ਹਰ ਨਾਨਕ ਵਿਸਰ ਨਾ ਕਾਹੂ ਵੇਰੇ। ਐਸੀ ਕਿਰਪਾ ਕਰੋ ਪ੍ਰਭ ਮੇਰੇ। ਹਰ ਨਾਨਕ ਵਿਸਰ ਨਾ ਕਾਹੂ ਵੇਰੇ। ਸਾਹਿਬੇ ਕਮਾਲ ਵਾਲੀਏ ਕੁਲ ਆਲਮ। ਚਬਰ ਸ਼ਤਰ ਤਥਾ ਵਕਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਪਿਆਰੇ ਸਤਸੰਗੀ ਜਨੋ ਵਡਭਾਗੇ ਹਾਂ। ਸਤਿਗੁਰਾਂ ਦੀ ਇਲਾਹੀ ਗੋਦ ਦਾ ਆਨੰਦ ਮਾਣ ਰਹੇ। ਆਪਣੇ ਸਵਾਸਾਂ ਨੂੰ ਸਫਲਾ ਕਰ ਰਹੇ ਹਾਂ। ਆਓ ਚੱਲ ਰਹੀ ਲੜੀਵਾਰ ਵਿਚਾਰ ਨੂੰ ਅੱਗੇ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਿਓ ਜੀ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਹਾਜ਼ਰੀ ਲਵਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਦੀ ਵਿਚਾਰ 806 ਅੰਗ ਉੱਪਰ ਰਾਗ ਬਿਲਾਵਲ ਦੇ ਅੰਦਰ ਪੰਚਮ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ ਸ਼ਬਦ ਘਰ ਚੌਥੇ ਦੀ ਤਾਲ ਦੇ ਵਿੱਚ ਦੋ ਪਦਿਆਂ ਵਾਲਾ ਸ਼ਬਦ ਇਹ ਦਰਜ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ। ਉਹ ਮਾਲਕ ਪਰਮਾਤਮਾ ਹਰ ਸਮੇਂ ਹਰ ਜਗ੍ਹਾ ਉੱਪਰ ਮੌਜੂਦ ਹੈ। ਉਹ ਕਦੇ ਵੀ ਇਸ ਸ੍ਰਿਸ਼ਟੀ ਦੇ ਵਿੱਚੋਂ ਕਣ ਕਣ ਦੇ ਵਿੱਚੋਂ ਦੂਰ ਨਹੀਂ ਹੁੰਦਾ। ਉਹ ਹਮੇਸ਼ਾ ਸੁਭਾਈਮਾਨ ਹੈ, ਰਚਾਏਮਾਨ ਹੈ। ਸਤਿਗੁਰ ਸੱਚੇ ਸਤਿਗੁਰੂ ਗਿਆਨ ਦੀ ਕਿਰਪਾ ਦੇ ਦੁਆਰਾ ਹੀ ਐਸਾ ਪਰਮਾਤਮਾ ਜੋ ਗੁਣਾਂ ਦਾ ਧਨੀ ਹੈ, ਗੁਣਵਾਨ ਹੈ, ਮਿੱਠੜੇ ਸੁਭਾਅ ਵਾਲਾ ਹੈ, ਉਹ ਮਿਲ ਪੈਂਦਾ ਹੈ। ਇਸ ਸ਼ਬਦ ਦਾ ਰਹਾਉ ਦਾ ਬੰਦ ਹੈ। ਚਰਨ ਕਮਲ ਪ੍ਰਭ ਕੇ ਨਿਤ ਧਿਆਵੋ। ਕਵਣ ਸੋ ਮਤ ਜਿਤ ਪ੍ਰੀਤਮ ਪਾਵੋ। ਸੰਖੇਪ ਜਿਹੜੇ ਇਸ ਪੰਕਤੀ ਦੇ ਅਰਥ ਨੇ, ਕਹਿੰਦੇ ਹੇ ਭਾਈ, ਮੈਂ ਪਰਮਾਤਮਾ ਜੀ ਦੇ ਸੋਹਣੇ ਚਰਨਾਂ ਦਾ ਹਰ ਵੇਲੇ ਮਨ ਦੇ ਅੰਦਰ ਧਿਆਨ ਧਰਦਾ ਰਹਾਂ, ਤਾਂ ਕਿ ਮੇਰੇ ਅੰਦਰ
ਉਸ ਮਾਲਕ ਪ੍ਰਮਾਤਮਾ ਦੀ ਯਾਦ ਜਿਹੜੀ ਆ ਉਹ ਸਦੀ ਵੀ ਵਸ ਜਾਵੇ। ਮੈਂ ਖਾਣਾ ਭੁੱਲ ਜਾਵਾਂ, ਪੀਣਾ ਭੁੱਲ ਜਾਵਾਂ, ਸੌਣਾ ਭੁੱਲ ਜਾਵਾਂ, ਮੈਂ ਕਿਤੇ ਆਉਣਾ ਜਾਣਾ ਭੁੱਲ ਜਾਵਾਂ, ਪੈਰਾਂ ਵਿੱਚ ਪਹਿਨਣਾ ਭੁੱਲ ਜਾਵਾਂ, ਸਿਰ ਉੱਤੇ ਕੱਪੜਾ ਰੱਖਣਾ ਭੁੱਲ ਜਾਵਾਂ, ਘਰੇ ਪਰਿਵਾਰ ਦੇ ਵਿੱਚ ਜੀਆਂ ਨੂੰ ਭੁੱਲ ਜਾਵਾਂ, ਪਿੰਡ ਭੁੱਲ ਜਾਵਾਂ, ਸ਼ਹਿਰ ਭੁੱਲ ਜਾਵਾਂ, ਇਸ ਦੁਨੀਆ ਨੂੰ ਭੁੱਲ ਜਾਵਾਂ, ਪਰ ਇਹ ਮੇਰੇ ਮਾਲਕ ਜੀ ਕਦੇ ਵੀ ਮੇਰੇ ਚੇਤੇ ਦੇ ਵਿੱਚੋਂ ਤੂੰ ਨਾ ਵਿਸਰੀ, ਤੂੰ ਨਾ ਭੁੱਲੇ। ਕਵਣ ਸੋ ਮਤ ਜਿਤ ਪ੍ਰੀਤਮ ਭਾਵੋਂ, ਉਹ ਕਿਹੜੀ ਸੁਚੱਜੀ ਮਤ ਹੈ ਜਿਸ ਦੇ ਦੁਆਰਾ ਮੈਂ ਐਸੇ ਗੁਣਾਂ ਵਾਲੇ ਮਾਲਕ ਪਰਮਾਤਮਾ ਨੂੰ ਪਾ ਲਵਾਂ ਤਾਂ ਕਿ ਮੇਰਾ ਚਿੱਤ ਜਿਹੜਾ ਸਿਰਫ ਮੇਰੇ ਮਾਲਕ ਦੇ ਵਿੱਚ ਲੱਗਿਆ ਰਵੇ। ਹੁਣ ਜਦੋਂ ਗੱਲ ਚੱਲਦੀ ਹੈ ਚਰਨਾਂ ਦੀ, ਆਮ ਕਰਕੇ ਇਹ ਸ਼ਬਦ ਨੂੰ ਨਾ ਹਮੇਸ਼ਾ ਪੈਰਾਂ ਦੇ ਨਾਲ ਜੋੜਿਆ ਜਾਂਦਾ ਹੈ। ਚਰਨ ਦਾ ਅਰਥ ਹੀ ਪੈਰ ਹੈ, ਪਰਾਏਵਾਚੀ ਸ਼ਬਦ ਨੇ। ਹੁਣ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਚਰਨ ਜਿਹੜਾ ਸ਼ਬਦ ਹੈ ਉਸ ਨੂੰ ਆਪਣੇ ਮਨ ਦੇ ਵਿੱਚ ਧਿਆਉਣਾ ਹੈ। ਹੁਣ ਮਨ ਦੇ ਵਿੱਚ ਸ਼ਬਦ ਧਿਆਉਣ ਦੇ ਲਈ, ਮਨ ਦੇ ਲਈ ਉਹ ਸੁਚੱਜਾ ਢੰਗ ਤਰੀਕਾ ਤੇ ਉਹ ਵਿਸ਼ਾਲਤਾ ਸਾਡੇ ਮਨ ਦੇ ਵਿੱਚ ਚਾਹੀਦੀ ਹੈ। ਹਰ ਚਰਨ ਕਮਲ ਮਨ ਵੇਧਿਆ, ਕਿਛ ਆਣ ਨਾ ਮੀਠਾ ਰਾਮ ਰਾਜੇ। ਕਹਿੰਦੇ ਜਦੋਂ ਮੇਰੇ ਮਨ ਦੇ ਵਿੱਚ ਉਹ ਸੱਚੇ ਮਾਲਕ ਪਰਮਾਤਮਾ ਦਾ ਸ਼ਬਦ ਰੂਪੀ ਚਰਨ ਮਨ ਦੇ ਵਿੱਚ, ਮੇਰੇ ਮਨ ਨੇ ਉਹਨੂੰ ਛੂਹ ਲਿਆ, ਟੱਚ ਕਰ ਲਿਆ, ਪਕੜ ਲਿਆ, ਤਾਂ ਕਹਿੰਦੇ ਫਿਰ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਹੋਰ ਕੁਝ ਵੀ ਨਹੀਂ ਆਉਂਦਾ, ਮੇਰੇ ਮਨ ਨੂੰ ਮਿੱਠਾ ਹੋਰ ਕੁਝ ਵੀ ਨਹੀਂ ਲੱਗਦਾ, ਸਿਰਫ ਤੇ ਸਿਰਫ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੀ ਮੈਨੂੰ ਮਿੱਠਾ ਲੱਗਦਾ ਹੈ। ਹਰ ਚਰਨ ਕਮਲ ਮਨ ਵੇਧਿਆ, ਕਹਿੰਦੇ ਹਰੀ ਪਰਮਾਤਮਾ ਦੇ ਸ਼ਬਦ ਰੂਪੀ ਚਰਨ ਅੰਦਰ ਮਨ ਦੇ ਵਿੱਚ ਮੇਰਾ ਬਿੰਨਿਆ ਗਿਆ, ਵਿਝ ਗਿਆ ਉਹਦੇ ਵਿੱਚ। ਕਿਛ ਆਣ ਨਾ ਮੀਠਾ ਰਾਮ ਰਾਜੇ, ਕਹਿੰਦੇ ਹੁਣ ਉਸ ਸਤਿਗੁਰੂ ਸੱਚੇ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਹੋਰ ਮੈਨੂੰ ਕੁਝ ਵੀ ਮਿੱਠਾ ਨਹੀਂ ਲੱਗਦਾ। ਬੜੀ ਸੋਹਣੀ ਬਾਣੀ ਵਿੱਚ ਉਦਾਹਰਨ ਸਾਨੂੰ ਮਿਲ ਜਾਂਦੀ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਹਿੰਦੇ ਇੱਥੇ ਜਿਹੜੀਆਂ ਵਸਤੂਆਂ ਨੇ ਉਹ ਵੀ ਮਿੱਠੀਆਂ ਮਿਲ ਜਾਂਦੀਆਂ ਨੇ, ਹੋਰ ਕੁਝ ਪਦਾਰਥ ਨੇ ਖਾਣ ਵਾਲੇ ਉਹ ਵੀ ਸਾਨੂੰ ਮਿੱਠੇ ਮਿਲ ਜਾਂਦੇ ਨੇ, ਦੁੱਧ ਨੂੰ ਵੀ ਮਿੱਠਾ ਮੰਨਿਆ ਗਿਆ। ਕਹਿੰਦੇ ਜੇਕਰ ਇਹਨਾਂ ਸਾਰੀਆਂ ਵਸਤੂਆਂ ਦਾ ਅੱਜ ਮੇਰੇ ਅੰਦਰ ਮਨ ਦੇ ਵਿੱਚ ਫਿੱਕਾਪਣ ਪਿਆ ਤੇ ਉਹ ਹਰੀ ਨਾਮ ਪਰਮਾਤਮਾ ਮਿੱਠਾ ਚੱਖ ਕੇ ਪਿਆ, ਉਹ ਹਈ ਮਾਲਕ ਦਾ ਨਾਮ ਇੰਨਾ ਮਿੱਠਾ ਵੀ ਉਸ ਦੇ ਬਰਾਬਰ ਮੈਨੂੰ ਹੋਰ ਕੋਈ ਵਸਤੂ ਮਿੱਠੀ ਲੱਗ ਹੀ ਨਹੀਂ ਰਹੀ, ਹੋਰ ਕਿਸੇ ਵਸਤੂ ਦਾ ਮੈਨੂੰ ਸਵਾਦ ਆ ਹੀ ਨਹੀਂ ਰਿਹਾ। ਸਿਰਫ ਤੇ ਸਿਰਫ ਜਦੋਂ ਮਨ ਨੇ ਪਰਮਾਤਮਾ ਦੇ ਨਾਮ ਨੂੰ ਪਕੜ ਲਿਆ, ਉਹਦੀ ਕੀਰਤੀ ਗੁਣਾਂ ਨੂੰ ਪਕੜ ਲਿਆ, ਜਦੋਂ ਉਸ ਦੀ ਵਡਿਆਈ ਗਾਉਣ ਲੱਗ ਪਏ ਨਾ, ਫਿਰ ਉਸ ਦੇ ਨਾਮ ਤੋਂ ਬਿਨਾਂ ਹੋਰ ਮੈਨੂੰ ਕੁਝ ਵੀ ਮਿੱਠਾ ਨਹੀਂ ਲੱਗਦਾ। ਕਿਛ ਆਣ ਨਾ ਮੀਠਾ ਰਾਮ ਰਾਜੇ, ਆਣ ਦਾ ਅਰਥ ਹੈ ਕੁਛ ਹੋਰ। ਹੁਣ ਅਸਲ ਦੇ ਵਿੱਚ ਸਤਿਗੁਰੂ ਨੇ ਹਿਰਦੇ ਦੇ ਵਿੱਚ ਚਰਨ ਹੀ ਕਿਉਂ ਕਿਹਾ? ਚਰਨ ਤਾਂ ਸਰੀਰ ਦੇ ਨਾਲ ਨਹੀਂ ਨਾ। ਜੇਕਰ ਉਹਨਾਂ ਚਰਨਾਂ ਦੇ ਨਾਲ ਜੁੜ ਕੇ, ਜਿਹੜੇ ਸਰੀਰ ਵਾਲੇ ਪੈਰ ਨੇ ਉਹਨਾਂ ਦੇ ਨਾਲ ਜੁੜ ਕੇ ਕਿਸੇ ਦਾ ਪਾਰ ਉਤਾਰਾ ਹੁੰਦਾ, ਕਿਸੇ ਦਾ ਜੀਵਨ ਸਵਰਦਾ ਹੁੰਦਾ, ਤਾਂ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਪੈਦਾ ਹੋਇਆ ਉਹਨਾਂ ਦਾ ਪੁੱਤਰ ਸਾਰੇ ਸਿੱਖਾਂ ਦੇ ਵਿੱਚੋਂ ਸ਼੍ਰੋਮਣੀ ਹੁੰਦਾ, ਕਿਉਂਕਿ ਉਹਨੇ ਪੈਰ ਹੀ ਨਹੀਂ ਪਰਸੇ। ਉਹਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਮੂੰਹ ਦੇ ਨਾਲ ਪਿਤਾ ਵੀ ਕਿਹਾ ਤੇ ਆਪਣੇ ਹੱਥਾਂ ਦੇ ਨਾਲ ਉਹਨਾਂ ਦੇ ਹੱਥਾਂ ਨੂੰ ਵੀ ਛੂਹਿਆ, ਪੈਰਾਂ ਨੂੰ ਵੀ ਛੂਹਿਆ,
ਤੇ ਉਹਨਾਂ ਦੀ ਗੋਦ ਦੇ ਵਿੱਚ ਬੈਠ ਕੇ ਬਹੁਤ ਸਮਾਂ ਬਿਤਾਇਆ। ਇੱਕ ਮੰਜੇ ਉੱਤੇ ਵੀ ਪਏ ਹੋਣਗੇ, ਕਿਉਂਕਿ ਵੱਡਾ ਹੈ ਸ਼੍ਰੀ ਚੰਦ, ਲਖਮੀ ਦਾਸ ਛੋਟਾ ਹੈ। ਤੇ ਇੱਕ ਬਾਬੇ ਨਾਨਕ ਦੇ ਸੱਜੇ ਪਾਸੇ ਪਿਆ ਹੋਵੇਗਾ, ਇੱਕ ਖੱਬੇ ਪਾਸੇ ਪਿਆ ਹੋਵੇਗਾ। ਗੋਦ ਦਾ ਆਨੰਦ ਮਾਣਿਆ ਹੋਣਾ। ਆਪਣੇ ਵੀ ਧੀਆਂ ਪੁੱਤ ਜਦੋਂ ਛੋਟੇ ਨੇ ਆਪਣੇ ਨਾਲ ਖੇਡਦੇ ਨੇ, ਗੋਦ ਵਿੱਚ ਬਹਿੰਦੇ ਨੇ, ਹੱਥ ਕੱਢਦੇ ਨੇ, ਜਦੋਂ ਬਾਪ ਨੂੰ ਬਾਹਰੋਂ ਆਏ ਨੂੰ ਵੇਖਦੇ ਨੇ ਵੀ ਮੇਰਾ ਬਾਪ ਆ ਗਿਆ, ਮੇਰੀ ਮਾਂ ਆ ਗਈ, ਤੇ ਉਹਦੇ ਵੱਲ ਨੂੰ ਭੱਜਦੇ ਨੇ। ਤੇ ਉਸ ਤੋਂ ਬਾਅਦ ਅੱਗੇ ਦਾਤੂ ਤੇ ਦਾਸੂ ਜੀ ਦੀ ਗੱਲ ਚੱਲਦੀ ਹੈ, ਜਿਨ੍ਹਾਂ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਭਰੇ ਦਰਬਾਰ ਦੇ ਵਿੱਚ ਲੱਤ ਮਾਰੀ ਸੀ ਵੀ ਤੂੰ ਕਿਵੇਂ ਪ੍ਰਵਾਨ ਹੋ ਸਕਦਾ, ਵੀ ਅਸੀਂ ਗੁਰੂ ਪੁੱਤਰ, ਅਸੀਂ ਪ੍ਰਵਾਨ ਹੋਵਾਂਗੇ, ਗੁਰਤਾ ਗੱਦੀ ਸਾਨੂੰ ਮਿਲੇਗੀ। ਹੁਣ ਨਿਮਰਤਾ ਤੇ ਜਿਹੜੇ ਸਿੱਖੀ ਦੇ ਅਸੂਲ ਨੇ, ਬਾਣੀ ਦੀ ਸਮਝ ਹੈ, ਸੋਝੀ ਹੈ, ਜਿਸ ਨੇ ਉਸ ਮਾਲਕ ਦੇ ਵਿੱਚ ਇੱਕਮਿਕਤਾ ਹਾਸਲ ਕਰ ਲਈ ਨਾ, ਇਹ ਨਾਨਕ ਜੋਤ ਉਸ ਨੂੰ ਮਿਲੀ ਹੈ, ਉਹ ਅਧਿਕਾਰੀ ਬਣਿਆ ਉਸ ਨਾਨਕ ਜੋਤ ਦਾ। ਚੇਤਾ ਰੱਖਿਓ, ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਪੈਦਾ ਹੋ ਕੇ ਸ਼੍ਰੀ ਚੰਦ ਤੇ ਲਖਮੀ ਦਾਸ ਵਿਰੋਧਤਾ ਤਾਂ ਕਰਦੇ ਰਹੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਦੱਸੇ ਹੋਏ ਅਸੂਲਾਂ ਤੋਂ ਉਲਟਾ ਤਾਂ ਚੱਲਦੇ ਰਹੇ, ਪਰ ਉਹ ਲੈਣੇ ਨੂੰ ਰੋਕ ਨਹੀਂ ਸਕੇ ਗੁਰਤਾ ਗੱਦੀ ਤੋਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਫੈਸਲਾ ਸੀ ਵੀ ਇਹ ਜਿਹੜਾ ਕਾਰਜ ਹੈ ਇਹ ਬਹੁਤ ਉੱਤਮ ਰੂਹ ਦਾ ਕਾਰਜ ਹੈ, ਕੋਈ ਐਵੇਂ ਨਹੀਂ ਕਰ ਸਕਦਾ। ਜਿਹੜਾ ਜੀਵਨ ਬਾਣੀ ਦੇ ਅਨੁਸਾਰ ਢਾਲ ਗਿਆ, ਇਹ ਉਹ ਅਧਿਕਾਰੀ ਹੈ ਇਸ ਦਾ, ਕੋਈ ਹੋਰ ਨਹੀਂ, ਚਾਹੇ ਖੁਦ ਖੂਨ ਹੋਵੇ ਆਪਣਾ। ਫਿਰ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਪਾਤਸ਼ਾਹ ਜੀ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੁੱਤਰ, ਵੱਡੇ ਪੁੱਤਰ ਨੇ ਪ੍ਰਿਥੀ ਚੰਦ, ਛੋਟੇ ਨੇ ਮਹਾਦੇਵ, ਉਸ ਤੋਂ ਛੋਟੇ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ। ਹੁਣ ਵੱਡਾ ਪੁੱਤਰ ਹੈ ਪ੍ਰਿਥੀ ਚੰਦ, ਕੀ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਗੋਦੀ ਵਿੱਚ ਬੈਠਿਆ ਨਹੀਂ ਹੋਵੇਗਾ? ਬੈਠਿਆ ਹੈ ਨਾ, ਹੱਥਾਂ ਨਾਲ ਵੀ ਖੇਡਿਆ, ਪੈਰਾਂ ਨਾਲ ਵੀ ਖੇਡਿਆ, ਤੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਹ ਆਪਣੇ ਹੱਥਾਂ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਾੜਾ ਵੀ ਪਕੜਦਾ ਹੋਵੇਗਾ, ਵੇਖਦਾ ਹੋਵੇਗਾ ਉਸ ਨੂੰ ਵੀ। ਗੁਰੂ ਰਾਮਦਾਸ ਪਾਤਸ਼ਾਹ ਜੀ ਵੀ ਪਿਆਰ ਕਰਦੇ ਹੋਣਗੇ। ਇੱਥੇ ਬਸ ਨਹੀਂ, ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜਵਾਈ ਨੇ। ਇੱਕ ਇੱਥੇ ਵੀ ਗੱਲ ਚੱਲਦੀ ਹੈ, ਸਮਾਜ ਦਾ ਦੁਖਾਂਤ ਹੈ, ਇੱਕ ਲਫ਼ਜ਼ ਵਰਤਿਆ ਜਾਂਦਾ ਆਮ ਸਾਡੇ ਸਮਾਜ ਵਿੱਚ ਵੀ, ਜੇਕਰ ਭਰਾ ਭੈਣ ਕੋਲੇ ਜਾ ਕੇ ਰਹਿਣ ਲੱਗ ਪਵੇ ਨਾ, ਤਾਂ ਉਸ ਦੇ ਉੱਤੇ ਤੰਦ ਕੱਸਿਆ ਜਾਂਦਾ ਵੀ ਭੈਣ ਘਰ ਭਾਈ ਕੁੱਤਾ, ਸਹੁਰੇ ਘਰ ਜਵਾਈ ਕੁੱਤਾ। ਧਿਆਨ ਦਿਓ ਜਰਾ। ਹੁਣ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੇਬੇ ਨਾਨਕੀ ਜੀ ਦੇ ਘਰ ਰਹੇ ਨੇ ਬਹੁਤਾ ਸਮਾਂ, ਜ਼ਿੰਦਗੀ ਦਾ ਲੰਮੇਰਾ ਸਮਾਂ ਉਹਨਾਂ ਨੇ ਉੱਥੇ ਮੋਦੀਖਾਨੇ ਦੀ ਕਿਰਤ ਵੀ ਕੀਤੀ ਹੈ, ਕੰਮ ਵੀ ਕੀਤਾ, ਤੇ ਉੱਥੇ ਲੋਕਾਂ ਨੂੰ ਉਪਦੇਸ਼ ਵੀ ਦਿੱਤਾ, ਬਾਣੀ ਦੇ ਧਾਰਨੀ ਬਣਾਇਆ, ਸੁਚੱਜੀ ਮੱਤ ਦਿੱਤੀ ਹੈ। ਕਿੱਥੇ? ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਰਹਿ ਕੇ। ਤੇ ਜੇਕਰ ਅੱਜ ਅਸੀਂ ਇਹ ਆਪਣੀ ਜ਼ੁਬਾਨ ਦੇ ਉੱਤੋਂ ਲਫ਼ਜ਼ ਵਰਤਦੇ ਹਾਂ ਨਾ, ਤਾਂ ਇਹ ਲਫ਼ਜ਼ ਤੁਸੀਂ ਸੋਚ ਕੇ ਵੇਖੋ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਤੱਕ ਕੀ ਲੈ ਕੇ ਜਾਵਾਂਗੇ, ਕੀ ਸਾਡੇ ਵਿੱਚ ਸਤਿਕਾਰ ਰਹੇਗਾ। ਤੇ ਤੀਜੇ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਛੋਟੀ ਉਮਰ ਦਾ ਬੱਚਾ ਆਉਂਦਾ, ਭਾਈ ਜੇਠਾ, ਤੇ ਉਹ ਭਾਈ ਜੇਠਾ ਹੀ ਬਾਅਦ ਵਿੱਚ ਜਾ ਕੇ ਗੁਰੂ ਰਾਮਦਾਸ ਜੀ ਬਣਦੇ ਨੇ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਬਾਬਾ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਧੀ ਦਾ ਰਿਸ਼ਤਾ ਕਰਦੇ ਨੇ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਰਹਿ ਕਿੱਥੇ ਰਹੇ ਨੇ? ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ, ਉੱਥੇ ਹੀ ਰਹੇ ਨੇ। ਕਾਫੀ ਲੰਮੇਰੇ ਸਮੇਂ ਤੋਂ ਬਾਅਦ, ਵਿਆਹ ਤੋਂ ਬਾਅਦ, ਬੱਚਿਆਂ ਤੋਂ ਵੀ ਬਾਅਦ, ਫਿਰ ਆ ਕੇ ਕਿਤੇ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਵਿਖੇ ਜਿਹੜੀ ਆ ਜਗ੍ਹਾ ਲੈਤੀ ਆ, ਰਾਮਦਾਸਪੁਰ ਵਸਾਇਆ, ਗੋਇੰਦਵਾਲ ਸਾਹਿਬ ਤੋਂ ਆ ਕੇ। ਤੇ ਹੁਣ ਧੰਨ ਗੁਰੂ ਅਮਰਦਾਸ ਜੀ ਬਾਬਾ ਪ੍ਰਿਥੀ ਚੰਦ ਦੇ ਰਿਸ਼ਤੇ ਦੇ ਵਿੱਚ ਨਾਨਾ ਜੀ ਲੱਗੇ। ਹੁਣ ਕਿੰਨੀ ਨੇੜੇ ਦੀ ਰਿਸ਼ਤੇਦਾਰੀ ਹੈ ਜੀ, ਸਾਡੇ ਵੀ ਨਾਨਾ ਨਾਨੀ ਨੇ ਨਾ, ਤੇ ਅਸੀਂ ਕਿੰਨਾ ਪਿਆਰ ਕਰਦੇ ਹਾਂ ਉਹਨਾਂ ਨੂੰ। ਛੋਟੇ ਬੱਚੇ ਅਸੀਂ ਵੇਖਦੇ ਹੀ ਹਾਂ ਨਾ, ਕਿੰਨੇ ਪਿਆਰ ਦੇ ਨਾਲ ਉਹ ਵੀ ਖਿਡਾਉਂਦੇ ਨੇ, ਤੇ ਬੱਚੇ ਵੀ ਖੇਡਦੇ ਨੇ, ਕੋਲ ਜਾਂਦੇ ਨੇ, ਹੱਥ ਵੀ ਲਾਉਂਦੇ ਨੇ। ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਨੇ,
ਪ੍ਰਿਥੀ ਚੰਦ ਨੂੰ ਸੋਝੀ ਨਹੀਂ ਆਈ। ਆਪਣਾ ਪਿਤਾ ਧੰਨ ਗੁਰੂ ਰਾਮਦਾਸ ਜੀ ਗੁਰੂ ਨੇ, ਪਰ ਸੋਝੀ ਨਹੀਂ ਆਈ। ਆਪਣਾ ਭਰਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਨੇ, ਸਮਝ ਨਹੀਂ ਆਈ। ਛੇਵੇਂ ਪਾਤਸ਼ਾਹ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦੇ ਭਤੀਜੇ ਨੇ, ਪ੍ਰਿਥੀ ਚੰਦ ਤਾਇਆ ਏ, ਪਰ ਸਮਝ ਨਹੀਂ ਆਈ। ਕੀਤਾ ਕੀ? ਸਿਰਫ ਹਮੇਸ਼ਾ ਵਿਰੋਧ ਕੀਤਾ। ਹੁਣ ਇੰਨਾ ਨੇੜੇ ਦਾ ਰਿਸ਼ਤੇਦਾਰ ਜਿਹਦੀਆਂ 4 ਪੀੜ੍ਹੀਆਂ ਆਪਣਾ ਖਾਨਦਾਨ ਹੈ ਖੂਨ ਦਾ, ਉਹਨੂੰ ਉੱਥੇ ਰਹਿ ਕੇ ਸੋਝੀ ਨਹੀਂ ਆਈ, ਤੇ ਅਸੀਂ ਇਹ ਕਿਵੇਂ ਮੰਨ ਲਿਆ ਵੀ ਕਿਸੇ ਦੇ ਚਰਨ ਪਰਸ ਕੇ ਅਸੀਂ ਤਰ ਜਾਵਾਂਗੇ। ਬਾਣੀ ਦਾ ਫੈਸਲਾ ਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਆਪਾਂ ਸ਼ਬਦ ਪਹਿਲਾਂ ਮੰਗਲਾਚਰਨ ਰੂਪ ਦੇ ਵਿੱਚ ਵੀ ਪੜ੍ਹਿਆ ਏ, ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ। ਹੇ ਮੇਰੇ ਸਤਿਗੁਰੂ ਦਾਤਿਆ, ਤੇਰਾ ਆਨੰਦਮਈ ਸਰੂਪ ਹੈ। ਤੇਰੇ ਦਰਸ਼ਨ ਦੀਦਾਰੇ ਕਰਕੇ ਨਾ ਮੇਰੇ ਮਨ ਦੇ ਵਿੱਚ ਆਨੰਦ ਖੇੜਾ ਆ ਜਾਂਦਾ ਏ, ਖੁਸ਼ੀ ਆ ਜਾਂਦੀ ਏ। ਤੇ ਤੇਰਾ ਜਿਹੜਾ ਰੂਪ ਹੈ ਨਾ, ਇਹ ਆਨੰਦ ਤੇ ਖੁਸ਼ੀ ਦੇਣ ਵਾਲਾ ਏ। ਬਚਨ ਅਨੂਪ ਰਸਾਲ, ਤੇਰੀ ਸਿਫਤ ਸਲਾਹ ਬਾਣੀ ਸੁੰਦਰ ਤੇ ਰਸੀਲੀ ਹੈ, ਮੇਰੇ ਮਨ ਦੇ ਵਿੱਚ ਰਸ ਭਰ ਦਿੰਦੀ ਹੈ। ਕੀ ਹੈ? ਹਿਰਦੇ ਚਰਨ। ਹੁਣ ਦੇਖੋ ਚਰਨ ਕੀ ਹੈ, ਕਹਿੰਦੇ ਮੇਰੇ ਮਨ ਦੇ ਵਿੱਚ, ਹਿਰਦੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨ ਵਸਦੇ ਨੇ। ਹੁਣ ਮਨ ਦੇ ਵਿੱਚ ਵਸਾਉਣੇ ਆ ਸਤਿਗੁਰੂ ਦੇ ਚਰਨ। ਕੀ ਹੈ? ਹਿਰਦੇ ਚਰਨ ਸ਼ਬਦ ਸਤਿਗੁਰ ਕੋ। ਸਤਿਗੁਰੂ ਦਾ ਸ਼ਬਦ ਹੀ ਹਿਰਦੇ ਵਿੱਚ ਚਰਨ ਬਣ ਕੇ ਵਸਦਾ ਹੈ। ਹੁਣ ਨਿਤ ਇੱਕ ਵਾਰੀ ਨਹੀਂ ਵੀ ਇੱਕ ਵਾਰੀ ਕਿਸੇ ਨੇ ਸਰੀਰ ਦੇ ਚਰਨਾਂ ਨੂੰ ਵੇਖ ਲਿਆ, ਛੂਹ ਲਿਆ, ਨਹੀਂ। ਹਰ ਰੋਜ਼ ਆਪਣੇ ਗੁਰੂ ਦੇ ਚਰਨਾਂ ਨੂੰ ਤੁਸੀਂ ਆਪਣੇ ਮਨ ਦੇ ਦੁਆਰਾ ਹਰ ਪਲ ਪਲ ਛੂਹ ਸਕਦੇ ਹੋ, ਉਹਨੂੰ ਦਰਸ਼ਨ ਕਰ ਸਕਦੇ ਹੋ। ਪਰ ਕਿਵੇਂ? ਸਤਿਗੁਰੂ ਦੀ ਬਾਣੀ ਦੇ ਨਾਲ ਜੁੜ ਕੇ। ਉਸ ਤੋਂ ਬਿਨਾਂ ਪਾਰ ਉਤਾਰਾ ਨਹੀਂ। ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਕਹਿੰਦੇ ਹਿਰਦੇ ਦੇ ਵਿੱਚ, ਇਹ ਨਾਨਕ, ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਨੂੰ ਆਪਣੇ ਪੱਲੇ ਨਾਲ ਬੰਨ੍ਹ ਲਿਆ, ਸਤਿਗੁਰੂ ਦੀ ਗੁਰਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਇੱਕ ਮਨ ਇਕਾਗਰ ਕਰਕੇ ਰਸ ਆਨੰਦ ਲੈ ਕੇ ਮੰਨ ਲਿਆ, ਕਹਿੰਦੇ ਉਸ ਦੇ ਹਿਰਦੇ ਵਿੱਚ ਪਰਮਾਤਮਾ ਦੇ ਚਰਨ ਵਸ ਜਾਂਦੇ ਨੇ। ਪਰਮਾਤਮਾ ਦੇ ਚਰਨ ਉਸ ਦੇ ਹਿਰਦੇ ਵਿੱਚ ਵਸ ਜਾਂਦੇ ਨੇ। ਤੇ ਸੋਚੋ, ਇੱਥੇ ਮਨੁੱਖ ਨਾ ਚਰਨਾਂ ਨੂੰ ਛੂਹਣ ਦੇ ਲਈ ਲੰਮੀਆਂ ਲੰਮੀਆਂ ਕਤਾਰਾਂ ਲਾ ਕੇ ਖੜ ਜਾਂਦੇ ਆ, ਵੀ ਸ਼ਾਇਦ ਇਹ ਕੋਈ ਸਤਪੁਰਖ ਹੈ, ਵੀ ਇਹਦੇ ਚਰਨਾਂ ਨੂੰ ਛੂਹ ਕੇ ਨਾ ਸਾਨੂੰ ਸ਼ਾਇਦ ਕੁਝ ਮਿਲ ਜਾਵੇਗਾ। ਸਿਰਫ ਬਾਣੀ ਪੜ੍ਹਨੀਆਂ ਸਿੱਖਾ ਤੇ ਪ੍ਰਮਾਤਮਾ ਆਪਣੇ ਚਰਨ ਤੇਰੇ ਹਿਰਦੇ ਵਿੱਚ ਰੱਖ ਦੇਵੇਗਾ। ਆਪਣਾ ਆਪ ਬਸੇਰਾ ਤੇਰੇ ਹਿਰਦੇ ਵਿੱਚ ਕਰ ਲਵੇਗਾ। ਤੈਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ, ਤੈਨੂੰ ਕਿਤੇ ਭਟਕਣਾ ਦੇ ਵਿੱਚ ਪੈਣ ਦੀ ਲੋੜ ਨਹੀਂ। ਵੀ ਜਿਵੇਂ ਜੋਗੀ ਫਿਰਦੇ ਸੀ ਜੰਗਲਾਂ ਦੇ ਵਿੱਚ, ਸਤਿਗੁਰੂ ਕਹਿੰਦੇ ਕਾਹੇ ਰੇ ਵਣ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕਹਿੰਦੇ ਉਹ ਮਾਲਕ ਪਰਮਾਤਮਾ ਸਾਰੇ ਕਿਤੇ ਵਸਦਾ ਏ, ਕੋਈ ਇੱਕ ਥਾਂ ਤੇ ਨਹੀਂ। ਵੀ ਦੁਨੀਆ ਛੱਡ ਕੇ, ਲੋਕਾਂ ਨੂੰ ਛੱਡ ਕੇ ਤੂੰ ਜੰਗਲਾਂ ਵਿੱਚ ਇਕਾਂਤਵਾਸ ਹੋ ਗਿਆ। ਅੱਜ ਵੀ ਏਦਾਂ ਹੀ ਕਰਦੇ ਨਾ, ਕਈ ਸੁਰੰਗਾਂ ਪੱਟ ਕੇ ਬਹਿ ਜਾਂਦੇ ਨੇ, ਗੁਫਾਵਾਂ ਪੱਟ ਕੇ ਭੋਰਿਆਂ ਦੇ ਵਿੱਚ ਵੜ ਕੇ ਬਹਿ ਜਾਂਦੇ ਨੇ, ਵੀ ਸ਼ਾਇਦ ਅਸੀਂ ਲੋਕਾਂ ਦਾ ਭਲਾ ਕਰ ਦਾਂਗੇ। ਨਹੀਂ, ਜਿਹੜੇ ਆਪਣਾ ਭਲਾ ਆਪ ਨਹੀਂ ਕਰ ਸਕਦੇ, ਉਹ ਦੂਜੇ ਦਾ ਕਦੇ ਭਲਾ ਨਹੀਂ ਕਰ ਸਕਦੇ। ਕਿਉਂਕਿ ਸਿੱਖੀ ਦਾ ਤਾਂ ਅਸੂਲ ਹੈ ਨਾ, ਕੱਲ ਵੀ ਆਪਾਂ ਗੱਲ ਕੀਤੀ ਸੀ, ਫਰੀਦਾ ਬੁਰੇ ਦਾ ਭਲਾ ਕਰ। ਇੱਥੇ ਤਾਂ ਬੁਰੇ ਦਾ ਵੀ ਭਲਾ ਕਰਨਾ, ਚੰਗੇ ਦਾ ਤਾਂ ਕਰਨਾ ਹੀ ਕਰਨਾ। ਇੱਥੇ ਤਾਂ ਬੁਰੇ ਦਾ ਵੀ ਭਲਾ ਕਰਨਾ, ਦੁਸ਼ਮਣ ਹੈ ਨਾ, ਦੁਸ਼ਮਣ ਦਾ ਵੀ ਭਲਾ ਕਰਨਾ। ਇਹ ਸਤਿਗੁਰੂ ਦਾ ਦਰ ਐਸਾ ਹੈ, ਜੇਕਰ ਦਾਰਾ ਛਕੋ, ਸਤਿਗੁਰੂ ਦੇ ਦਰ ਤੇ ਪਹੁੰਚਦਾ ਨਾ, ਰੋਟੀ ਦੇ ਨਾਲ ਉਹਨੂੰ ਬੇਈਮਾਨੀ ਕਰਕੇ ਨਾ, ਸ਼ੇਰ ਦੀ ਮੁੱਛ ਦਾ ਬਾਲ ਕਹਿੰਦੇ ਖਵਾਇਆ ਗਿਆ, ਬਹੁਤ ਸਖਤ ਹੁੰਦਾ, ਉਹ ਬਾਲ ਗਲਦਾ ਨਹੀਂ। ਹੁਣ ਜਦੋਂ ਉਹ ਬਾਲ ਉਸ ਨੂੰ ਖਵਾਇਆ ਗਿਆ, ਹੋਇਆ ਕੀ? ਉਹਦੇ ਅੰਦਰ ਪੀੜਾ ਸ਼ੁਰੂ ਹੋ ਗਈ, ਦਰਦ ਸ਼ੁਰੂ ਹੋ ਗਿਆ। ਕੁਛ ਵੀ ਖਾਣ ਨੂੰ ਚਿੱਤ ਨਾ ਕਰੇ, ਕਿਤੇ ਬੈਠਣ ਨੂੰ ਮਨ ਨਾ ਕਰੇ। ਸ਼ਾਹੀ ਵੈਦਾਂ ਨੇ ਜ਼ੋਰ ਲਾ ਲਿਆ, ਔਰੰਗਜ਼ੇਬ ਦੇ ਦਰਬਾਰ ਦੇ, ਬਾਦਸ਼ਾਹ ਦੇ ਦਰਬਾਰ ਦੇ ਸ਼ਾਹੀ ਵੈਦ ਸੀ ਜਿਹੜੇ ਪੂਰੀ ਦੁਨੀਆ ਦੇ ਵਿੱਚ ਚੋਟੀ ਦੇ ਵੈਦ, ਉਹਨਾਂ ਨੇ ਜ਼ੋਰ ਲਾ ਲਿਆ, ਪਰ ਉਸ ਦਾ ਇਲਾਜ ਨਹੀਂ ਕਰ ਸਕੇ। ਆਖਰ ਉਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਵਾਖਾਨੇ ਆਇਆ, ਅੰਮ੍ਰਿਤਸਰ ਸਾਹਿਬ ਵਿਖੇ, ਤੇ ਜਿੱਥੇ ਉਹਦਾ ਇਲਾਜ ਕੀਤਾ ਗਿਆ, ਤੇ ਉਹਦਾ ਇਲਾਜ, ਉਹਦੀ ਉਸ ਪੀੜਾ ਤੋਂ ਮੁਕਤੀ ਕਰਾਈ ਗਈ।
ਉਹ ਸ਼ੇਰ ਦੀ ਮੁੱਛ ਦਾ ਵਾਲ ਦਵਾਈਆਂ ਦੇ ਨਾਲ, ਜੜੀਆਂ ਬੂਟੀਆਂ ਦੇ ਨਾਲ ਇਲਾਜ ਕਰਕੇ ਬਾਹਰ ਕੱਢੇਗਾ, ਜਦ ਕਿ ਉਹ ਦਰਬਾਰ ਹੈ ਔਰੰਗਜ਼ੇਬਕਿਆਂ ਦਾ ਜਿਨ੍ਹਾਂ ਨੇ ਜ਼ਾਲਮਾਂ ਨੇ ਜ਼ੁਲਮ ਕੀਤਾ। ਉਹ ਜਹਾਂਗੀਰ ਦਾ ਦਰਬਾਰ ਹੈ ਜਿਹੜਾ ਅੱਗੇ ਜਾ ਕੇ ਤਖਤ ਔਰੰਗਜ਼ੇਬ ਕੋਲੇ ਆਉਂਦਾ ਨਾ, ਜਿਨ੍ਹਾਂ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇ ਵੀ ਅਤਿਆਚਾਰ ਕੀਤਾ, 3 ਸਿੱਖ ਵੀ ਸ਼ਹੀਦ ਕੀਤੇ, ਗੁਰੂ ਸਾਹਿਬ ਜੀ ਨੂੰ ਵੀ ਸ਼ਹੀਦ ਕੀਤਾ। ਫਿਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਵੀ ਜੰਗਾਂ ਯੁੱਧ ਕਰਦੇ ਰਹੇ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਾਅਦ ਵਿੱਚ ਜਿਹੜਾ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਨਾ, ਉਹ ਵੀ ਉਸੇ ਔਰੰਗਜ਼ੇਬ ਦਾ ਦਰਬਾਰ ਹੈ, ਜਹਾਂਗੀਰ ਤਖਤ ਦਾ ਰਾਜਾ ਉਸ ਸਮੇਂ। ਤੇ ਉਸ ਦੇ ਸ਼ਾਹੀ ਦਰਬਾਰ ਦਾ ਆਪਣਾ ਖੁਦ ਖਾਨਦਾਨ ਦਾ ਜਿਹੜਾ ਖੂਨ ਹੈ, ਉਸ ਦਾ ਇਲਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਵਾਖਾਨੇ ਵਿੱਚ ਹੁੰਦਾ ਹੈ। ਤੇ ਸੋਚ ਕੇ ਵੇਖੋ, ਇੱਥੇ ਤਾਂ ਬੈਰੀ ਤੇ ਮਿੱਤਰ ਲਈ ਸਮਾਨਤਾ ਹੈ, ਵਿਰੋਧਤਾ ਨਹੀਂ। ਇੱਥੇ ਇੱਕ ਬਰਾਬਰ ਹੈ। 84 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਵਾਉਣ ਵਾਲੀ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਭਾਰਤ ਦੀ ਉਸ ਸਮੇਂ ਦੀ, ਤੇ ਜਦੋਂ ਹਮਲਾ ਹੋਣ ਤੋਂ ਕੁਝ ਦਿਨਾਂ ਬਾਅਦ ਦਰਬਾਰ ਸਾਹਿਬ ਆਉਂਦੀ ਹੈ ਨਾ ਵੇਖਣ, ਤੇ ਉੱਥੇ ਜਦੋਂ ਅੰਦਰ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਬਾਹਰ ਆਉਂਦੀ ਹੈ ਨਾ, ਉੱਥੇ ਪ੍ਰਸ਼ਾਦ ਵੀ ਦਿੱਤਾ ਜਾਂਦਾ। ਚੇਤਾ ਰੱਖਿਓ, ਇਹ ਗੱਲ ਵੱਖਰੀ ਵੀ ਉਹਦੀ ਕਰਨੀ ਦੀ ਸਜ਼ਾ ਵੀ ਉਹਨੂੰ ਦਿੱਤੀ ਜਾਂਦੀ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਜਿਹੋ ਜੀ ਕੋਈ ਇੱਛਾ ਰੱਖ ਕੇ ਆਉਂਦਾ ਨਾ, ਉਹਦਾ ਅਪਮਾਨ ਨਹੀਂ ਕੀਤਾ ਜਾਂਦਾ, ਉਹਨੂੰ ਫਿਰ ਵੀ ਮਾਣ ਸਨਮਾਨ ਦਿੱਤਾ ਜਾਂਦਾ। ਇਹ ਸਤਿਗੁਰੂ ਦਾ ਦਰ ਹੈ, ਜਿੱਥੇ ਦਰ ਦੇ ਉੱਤੇ ਕਦੇ ਕਿਸੇ ਦੀ ਵਿਰੋਧਤਾ ਨਹੀਂ। ਵਿਰੋਧਤਾ ਕਿਸ ਦੀ ਹੈ? ਜਿਹੜਾ ਵਹਿਮ ਭਰਮ ਕਰਮਕਾਂਡ ਪਖੰਡਾਂ ਨੂੰ ਜਨਮ ਦਿੰਦਾ ਹੈ, ਉਸ ਦੀ ਇੱਥੇ ਵਿਰੋਧਤਾ ਹੈ। ਗੁਰੂ ਘਰ ਨੇ ਹਮੇਸ਼ਾ ਉਸ ਦੀ ਆਵਾਜ਼ ਉਠਾਈ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸੀ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਵੀ ਇਸ ਨੂੰ ਇੱਕ ਰੂਪ ਵੱਡਾ ਆਕਾਰ ਦੇ ਕੇ ਸਾਰੀ ਬਾਣੀ ਇੱਕ ਥਾਂ ਇਕੱਤਰ ਕਰਕੇ ਲੋਕਾਂ ਦੇ ਵਿੱਚ ਰੱਖ ਦਿੱਤੀ, ਸਭ ਤੋਂ ਵੱਡਾ ਕਾਰਨ। ਦੂਜਾ ਕਾਰਨ ਸੀ ਕਿ ਉਸ ਸਮੇਂ ਦੀ ਚੱਲ ਰਹੀ ਜਿਹੜੀ ਇਸਲਾਮੀ ਜਮਾਤ ਸੀਗੀ, ਨਕਸਲਵਾਦੀ, ਤੇ ਉਹ ਜਿਹੜੇ ਨਕਸ਼ਬੰਦੀ ਜਿਹੜੀ ਲਹਿਰ ਚੱਲਦੀ ਸੀ ਇਸਲਾਮ ਮਤ ਦੀ, ਜਿਹੜੇ ਬਹੁਤਾਤ ਰੂਪ ਦੇ ਵਿੱਚ ਲੋਕਾਂ ਨੂੰ ਇਸਲਾਮ ਵਿੱਚ ਲੈ ਕੇ ਆ ਰਹੇ ਸੀ, ਉਹਨਾਂ ਨੂੰ ਬਹੁਤ ਵੱਡੀ ਢਾਲ ਲੱਗੀ ਗੁਰਮਤ ਦੇ ਪ੍ਰਚਾਰ ਨਾਲ। ਤੇ ਉੱਥੋਂ ਵੱਡੇ ਵੱਡੇ ਜਿਹੜੇ ਉਹਨਾਂ ਦੇ ਪੈਰੋਕਾਰ ਸੀ ਨਕਸ਼ਬੰਦੀ ਚਲਾਉਣ ਵਾਲੇ, ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਸਾਡਾ ਕੀਤਾ ਕਰਾਇਆ ਕੰਮ ਇੰਨੇ ਸਾਲਾਂ ਦਾ ਅੱਜ ਜ਼ੀਰੋ ਹੋ ਗਿਆ। ਕਿਉਂ? ਉਹਨਾਂ ਦਾ ਵੱਡਾ ਸਭ ਤੋਂ ਸਖੀ ਸਰਬਰੀ ਆ ਭਾਈ ਮੰਝ ਗੁਰੂ ਕਾ ਸਿੱਖ ਬਣ ਗਿਆ, ਭਾਈ ਬਹਿਲੋਂ ਮਾਲਵੇ ਦਾ ਗੁਰੂ ਕਾ ਸਿੱਖ ਬਣ ਗਿਆ। ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਪ੍ਰਚਾਰਕ ਥਾਪ ਕੇ ਦੁਬਾਰੇ ਉਸੇ ਇਲਾਕੇ ਵਿੱਚ ਭੇਜ ਦਿੱਤਾ ਜਿੱਥੇ ਪਹਿਲਾਂ ਕਦੇ ਉਹਨਾਂ ਨੇ ਲੋਕਾਂ ਨੂੰ ਇਸਲਾਮ ਸਿਖਾਇਆ ਸੀ। ਅੱਜ ਉਹੀ ਲੋਕ ਉਹਨਾਂ ਲੋਕਾਂ ਨੂੰ ਸਿੱਖੀ ਸਿਖਾ ਰਹੇ ਨੇ। ਇੱਥੇ ਵਿਰੋਧਤਾ ਨਹੀਂ, ਇੱਥੇ ਸਿਰਫ ਵਿਰੋਧਤਾ ਕੀ ਹੈ? ਜਾਤੀਵਾਦ ਦੀ ਵਿਰੋਧਤਾ ਨਹੀਂ, ਇੱਥੇ ਵਿਰੋਧਤਾ ਹੈ ਕਰਮਕਾਂਡ ਪਖੰਡਾਂ ਦੀ, ਜਿਹੜੇ ਲੋਕਾਂ ਨੂੰ ਕਰਾਹੇ ਪਾ ਰਹੇ ਨੇ, ਨਾ ਕਿ ਸੁਚੱਜੇ ਰਾਹ ਤੇ ਲੈ ਕੇ ਜਾ ਰਹੇ ਨੇ। ਸੁਚੱਜਾ ਰਾਹ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਦਾ ਅਮਲ ਕਰਨਾ, ਤੇ ਸਤਿਗੁਰੂ ਦੇ ਚਰਨ ਪਰਸਣੇ ਨੇ। ਸਤਿਗੁਰੂ ਕਹਿੰਦੇ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਵਣ ਸੋ ਮਤ ਜਿਤ ਪ੍ਰੀਤਮ ਪਾਵੋ। ਰਹਾਓ, ਕਵਣ ਸੰਜੋਗ ਮਿਲੋ ਪ੍ਰਭ ਆਪਣੇ। ਕਹਿੰਦੇ ਹੇ ਮੇਰੇ ਮਾਲਕ ਜੀ, ਕਿਹੜਾ ਸੰਜੋਗ ਹੈ ਜਿਸ ਦੇ ਨਾਲ ਮੈਂ ਉਸ ਸੱਚੇ ਮਾਲਕ ਪਰਮਾਤਮਾ ਜੀ ਨੂੰ ਮਿਲ ਸਕਦਾ ਹਾਂ। ਹੇ ਅਕਾਲ ਪੁਰਖ ਪਰਮਾਤਮਾ ਜੀ, ਮੈਂ ਕੀ ਐਸਾ ਕਰਾਂ ਵੀ ਮੈਂ ਉਸ ਸੱਚੇ ਮਾਲਕ ਨੂੰ ਮਿਲ ਸਕਾਂ? ਕਿਉਂਕਿ ਹਰ ਕੋਈ ਇਹੀ ਚਾਹੁੰਦਾ ਹੈ, ਹਰ ਕੋਈ ਗੁਰੂ ਦੀ ਖੁਸ਼ੀ ਲੈਣਾ ਚਾਹੁੰਦਾ ਹੈ। ਇਸੇ ਕਰਕੇ ਦਰਬਾਰ ਦੇ ਵਿੱਚ ਵੱਡੀਆਂ ਵੱਡੀਆਂ ਭੇਟਾਵਾਂ ਆਪਣੇ ਵੱਲੋਂ ਜਿੰਨਾ ਕਿਸੇ ਤੋਂ ਵੀ ਸਰਦਾ ਹੈ, ਉਹਨਾਂ ਕੀਮਤੀ ਤੋਂ ਕੀਮਤੀ ਸਾਜੋ ਸਮਾਨ, ਵਸਤੂਆਂ, ਪਦਾਰਥ ਅਸੀਂ ਸਤਿਗੁਰੂ ਦੇ ਦਰਬਾਰ ਵਿੱਚ ਭੇਟ ਕਰਦੇ ਹਾਂ। ਕੋਈ 1 ਕਰਦਾ, ਕੋਈ ਲੱਖ ਕਰਦਾ, ਕੋਈ 5 ਕਰਦਾ, ਕੋਈ 50 ਕਰਦਾ। ਜਿੰਨੀ ਆਪਣੀ ਖੁਸ਼ੀ ਹੈ ਅਸੀਂ ਉਨਾ ਹੀ ਕਰਦੇ ਹਾਂ ਨਾ। ਪਰ ਪਿੱਛੇ ਚਾਹਨਾ ਕੀ ਹੈ? ਵੀ ਸ਼ਾਇਦ ਮੇਰੇ ਇਹ ਕੰਮ ਕਰਨ ਦੇ ਨਾਲ ਗੁਰੂ ਮੇਰੇ ਉੱਤੇ ਖੁਸ਼ ਹੋ ਜਾਵੇਗਾ, ਪਰ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਬਾਰਕ ਬਾਣੀ ਜਪਜੀ ਸਾਹਿਬ ਦੇ ਵਿੱਚ ਇਹ ਗੱਲ ਸਾਫ਼ ਸਮਝਾ ਦਿੰਦੇ ਨੇ ਵੀ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਮਨੁੱਖ ਕਿਉਂ ਕਰ ਰਿਹਾ, ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨਾ, ਉਹ ਕਿਉਂ ਕਰ ਰਿਹਾ?
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸੋਚਦਾ ਵੀ ਸ਼ਾਇਦ ਮੇਰੇ ਇਹ ਕੰਮ ਕਰਨ ਦੇ ਨਾਲ ਮੈਨੂੰ ਸਤਿਗੁਰੂ ਦੀ ਖੁਸ਼ੀ ਮਿਲ ਜਾਵੇਗੀ, ਗੁਰੂ ਮੇਰੇ ਤੇ ਪ੍ਰਸੰਨ ਹੋ ਜਾਵੇਗਾ। ਅਸੀਂ ਇਦਾਂ ਹੀ ਕਰਦੇ ਹਾਂ ਨਾ, ਜੇ ਕਿਸੇ ਦੀ ਪ੍ਰਸੰਨਤਾ ਲੈਣੀ ਹੈ, ਆ ਵੇਖੋ ਨਾ ਵੱਡੇ ਵੱਡੇ ਲੀਡਰਾਂ ਕੋਲੇ ਛੋਟੇ ਲੀਡਰ ਵੱਡੇ ਵੱਡੇ ਤੋਹਫੇ ਲੈ ਕੇ ਜਾਂਦੇ ਨੇ, ਕਾਹਦੇ ਲਈ? ਵੀ ਇਹ ਮੈਨੂੰ ਖੁਸ਼ ਹੋ ਕੇ ਅਗਲੀ ਵਾਰ ਟਿਕਟ ਇਹ ਮੈਨੂੰ ਦੇਵੇ। ਇਦਾਂ ਹੀ ਹੁੰਦਾ, ਮੁੱਖ ਮੰਤਰੀ ਕੋਲੇ ਛੋਟੇ ਜਿਹੜੇ MLA ਨੇ MP ਬਣਨ ਦੀ ਚਾਹਨਾ ਰੱਖਦੇ ਨੇ, ਕੈਬਨਿਟ ਮੰਤਰੀ ਬਣਨ ਦੀ ਚਾਹਨਾ ਰੱਖਦੇ ਨੇ, ਵੱਡੀਆਂ ਵੱਡੀਆਂ ਸਮੱਗਰੀਆਂ ਦੇ ਸਮਾਨ ਭਰ ਭਰ ਕੇ ਲੈ ਕੇ ਜਾਂਦੇ ਨੇ ਵੀ ਇਹ ਖੁਸ਼ ਹੋ ਜਾਵੇ। ਵੱਡੇ ਵੱਡੇ ਗੁਲਦਸਤੇ ਲੱਖਾਂ ਕਰੋੜਾਂ ਦੇ ਬਣਾ ਕੇ ਲੈ ਕੇ ਜਾਂਦੇ ਨੇ ਵੀ ਇਹ ਮੇਰੇ ਤੇ ਖੁਸ਼ ਹੋ ਜਾਵੇ, ਵੀ ਐਡਾ ਮਹਿੰਗਾ ਸਮਾਨ ਲੈ ਕੇ ਆਇਆ, ਗਿਫਟ ਲੈ ਕੇ ਆਇਆ ਮੇਰੇ ਲਈ, ਵੀ ਤਾਂ ਕਿ ਇਹ ਮੈਨੂੰ ਕੁਛ ਨਾ ਕੁਛ ਦੇ ਸਕੇ। ਛੋਟੇ ਤੋਂ ਛੋਟਾ ਵਰਕਰ ਵੀ ਅਹੁਦੇਦਾਰੀ ਦੇ ਲਾਲਚ ਵਿੱਚ ਵੱਡੀਆਂ ਵੱਡੀਆਂ ਭਟਾਵਾਂ ਆਪਣੇ ਆਕਾਵਾਂ ਨੂੰ ਦਿੰਦਾ ਹੈ। ਇਦਾਂ ਹੀ ਸਾਡੇ ਅੰਦਰ ਖਿਆਲ ਹੈ ਵੀ ਸ਼ਾਇਦ ਸਾਡੀਆਂ ਭਟਾਵਾਂ ਰੱਖੀਆਂ ਹੋਈਆਂ ਸਤਿਗੁਰੂ ਸਾਡੇ ਉੱਤੇ ਖੁਸ਼ ਹੋ ਜਾਵੇਗਾ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਕਹਿੰਦੇ, ਹੇ ਸੱਚੇ ਮਾਲਕ ਪਰਮਾਤਮਾ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਤੂੰ ਸੱਚਾ ਹੈ, ਤੂੰ ਹੈ ਹੀ ਸੱਚਾ। ਸਾਚਾ ਸਾਹਿਬ ਸਾਚ ਨਾਏ, ਹੇ ਸੱਚੇ ਮਾਲਕ ਜੀ ਤੂੰ ਸੱਚਾ ਹੈ, ਤੇਰਾ ਨਾਮ ਵੀ ਸੱਚਾ ਹੈ। ਪਾਵਨ ਬਾਣੀ ਜਪਜੀ ਸਾਹਿਬ ਜੀ ਦੀ ਚੌਥੀ ਪੌੜੀ ਹੈ। ਕਹਿੰਦੇ ਕੀ ਭਾਖਿਆ ਭਾਉ ਅਪਾਰ, ਤੇਰੀ ਜਿਹੜੀ ਭਾਖਿਆ ਹੈ ਉਹ ਬੜੀ ਪਿਆਰ ਤੇ ਭਾਵਨਾ ਵਾਲੀ ਹੈ। ਅਪਾਰ ਉਹ ਬੜੀ ਬੇਅੰਤ ਹੈ ਜਿਸ ਦਾ ਪਾਰ ਨਹੀਂ ਪਾਇਆ ਜਾ ਸਕਦਾ। ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ, ਹੇ ਮੇਰੇ ਮਾਲਕ ਜੀ ਆਖ ਕੇ ਮੰਗਦੇ ਨੇ ਤੇ ਤੂੰ ਦਿੰਦਾ ਹੈ। ਦੇਹ ਦੇਹ ਦਾਤ ਕਰੇ ਦਾਤਾਰ, ਤੂੰ ਦਾਤਾ ਜੀ ਦਾਤਾਂ ਦੇ ਦੇ ਕੇ ਉਹਨਾਂ ਨੂੰ ਨਵਾਜਦਾ ਹੈ। ਸਾਨੂੰ ਸਵਾਸ ਦੇ ਰਿਹਾ, ਨਵਾਜ ਰਿਹਾ ਪਾਤਸ਼ਾਹ। ਸਾਡੇ ਹੋਰ ਸੁੱਖ ਸਹੂਲਤਾਂ ਘਰ ਦੇ ਵਿੱਚ ਆ ਰਹੀਆਂ, ਉਹ ਸਾਨੂੰ ਮਾਲਕ ਹੀ ਨਵਾਜ ਰਿਹਾ, ਕਿਉਂਕਿ ਅਸੀਂ ਉਹਦੇ ਹੁਕਮ ਦੇ ਵਿੱਚ ਚੱਲਾਂਗੇ ਨਾ ਜਦੋਂ, ਤਾਂ ਉਹ ਨਵਾਜੇਗਾ ਹੀ। ਕਹਿੰਦੇ ਫਿਰ ਕੀ ਹੋਇਆ, ਫਿਰ ਕੇ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ। ਹੁਣ ਫਿਰ ਵੀ ਮਨੁੱਖ ਇਹ ਚਾਹਨਾ ਰੱਖਦਾ ਵੀ ਹੇ ਮੇਰੇ ਮਾਲਕ ਜੀ, ਮੈਂ ਤੇਰੇ ਅੱਗੇ ਕਿਹੜੀ ਵਸਤੂ ਪਦਾਰਥ ਰੱਖਾਂ ਜਿਸ ਨੂੰ ਤੂੰ ਵੇਖ ਕੇ ਖੁਸ਼ ਹੋ ਜਾਵੇਂ ਤੇ ਮੈਂ ਤੇਰੇ ਦਰਬਾਰ ਦੇ ਵਿੱਚ ਸੋਹਣਾ ਲੱਗਾ। ਮੈਂ ਕੀ ਕਰਾਂ? ਫਿਰ ਕਿ ਅੱਗੇ ਰੱਖੀ ਹੈ, ਮੈਂ ਕੀ ਤੇਰੇ ਅੱਗੇ ਭੇਟਾ ਕਰਾਂ ਜਿਸ ਦੇ ਨਾਲ ਮੈਂ ਤੇਰੇ ਦਰਬਾਰ ਵਿੱਚ ਸੋਹਣਾ ਲੱਗਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਨਾ ਦਰਬਾਰ ਲੱਗਿਆ ਹੋਇਆ। ਇੱਕ ਨੌਜਵਾਨ ਸਿੰਘ ਹੈ, ਬਹੁਤ ਸੋਹਣਾ ਮਹਾਂਦਰਾ, ਸੋਹਣਾ ਦਾੜਾ ਪ੍ਰਕਾਸ਼ ਹੈ, ਬਿਲਕੁਲ ਨਾ ਸਤਿਗੁਰੂ ਦੇ ਸਨਮੁਖ ਬਹਿੰਦਾ ਹੈ ਹਰ ਰੋਜ਼ ਆ ਕੇ। ਦਰਬਾਰ ਲੱਗਿਆ, ਸਤਿਗੁਰੂ ਬੈਠੇ ਨੇ, ਸਾਰੀ ਸੰਗਤ ਬੈਠੀ ਹੈ, ਸਾਰੀ ਸੰਗਤ ਦੇ ਵਿੱਚੋਂ ਨਾ ਉਹ ਸਾਹਮਣੇ ਆ ਕੇ ਬੈਠਦਾ। ਸਤਿਗੁਰੂ ਉਹਦੇ ਵੱਲ ਰੋਜ਼ ਵੇਖ ਕੇ ਮੁਸਕਰਾਉਂਦੇ ਨੇ, ਉਹਦੇ ਵੱਲ ਵੇਖਦੇ ਨੇ, ਉਹਨੂੰ ਤੱਕਦੇ ਨੇ। ਉਹਨੂੰ ਮਨ ਦੇ ਵਿੱਚ ਹੁੰਦਾ ਨਾ ਮੈਨੂੰ ਸਤਿਗੁਰੂ ਵੇਖ ਰਿਹਾ। ਜਦੋਂ ਆਪਣਾ ਕੋਈ ਹੋਵੇ ਨਾ, ਪਿਆਰ ਦੀ ਨਜ਼ਰ ਨਾਲ ਵੇਖੇ ਨਾ, ਤਾਂ ਸਾਨੂੰ ਚਾਅ ਚੜ੍ਹਦਾ ਵੀ ਹਾਂ ਸਾਨੂੰ ਇਹਨਾਂ ਨੇ ਵੇਖਿਆ ਹੈ। ਇੱਕ ਕਲਾਸ ਦੇ ਵਿੱਚ ਟੀਚਰ ਅੱਗੇ ਬੈਠੇ ਬੱਚੇ ਨੂੰ ਵੇਖੇ, ਉਹਨੂੰ ਸ਼ਾਬਾਸ਼ ਵੀ ਦੇਵੇ ਵੀ ਵਾਹ ਤੂੰ ਰੋਜ਼ ਹਾਜ਼ਰ ਰਹਿਣਾ, ਸ਼ਾਬਾਸ਼, ਕਲਾਸ ਦੇ ਵਿੱਚੋਂ ਤੂੰ ਹਾਜ਼ਰੀ ਮਿਸ ਨਹੀਂ ਕਰਦਾ ਕਦੇ, ਤੂੰ ਰੋਜ਼ ਹਾਜ਼ਰ ਹੁੰਨਾ, ਸ਼ਾਬਾਸ਼, ਕੰਮ ਵੀ ਪੂਰਾ ਕਰਦਾ, ਸ਼ਾਬਾਸ਼। ਉਹ ਬੱਚਾ ਬੜਾ ਖੁਸ਼ ਹੁੰਦਾ, ਉਹ ਚਾਵਾਂ ਦੇ ਨਾਲ ਨਾ ਹਰ ਰੋਜ਼ ਕੁਛ ਨਾ ਕੁਛ ਇਦਾਂ ਦਾ ਕਰਦਾ ਵੀ ਮੈਂ ਟੀਚਰ ਨੂੰ ਖੁਸ਼ ਕਰ ਸਕਾਂ। ਸਾਹਮਣੇ ਹੀ ਬਹਿੰਦਾ ਬਿਲਕੁਲ ਵੀ ਮੇਰੇ ਤੇ ਨਜ਼ਰ ਰਵੇ। ਹੁਣ ਉਹ ਵੀ ਇਦਾਂ ਹੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਨਿੱਤ ਸਾਹਮਣੇ ਬਹਿੰਦਾ, ਨਿੱਤ। ਇੱਕ ਦਿਨ ਕੀ ਹੋਇਆ, ਇਤਿਹਾਸ ਕਹਿੰਦਾ ਵੀ ਉਹ ਜਦੋਂ ਘਰੋਂ ਤਿਆਰ ਹੋ ਕੇ ਨਾ ਤੁਰਨ ਲੱਗਿਆ, ਉਹਨੇ ਸੋਹਣੀ ਦਸਤਾਰ ਸਜਾ ਲਈ ਵੀ ਅੱਜ ਮੈਂ ਸਾਰਿਆਂ ਦੇ ਵਿੱਚੋਂ ਵੱਧ ਸੋਹਣਾ ਲੱਗਣਾ ਚਾਹੀਦਾ ਵੀ ਤਾਂ ਕਿ ਸਤਿਗੁਰੂ ਅੱਜ ਮੈਨੂੰ ਗਲਵੱਕੜੀ ਵਿੱਚ ਲੈ ਲੈਣ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਆਪਣੀ ਛਾਤੀ ਦੇ ਨਾਲ ਲਾ ਕੇ ਪਿਆਰ ਕਰਨ ਵੀ ਵਾਹ ਇੰਨਾ ਸੋਹਣਾ ਸਿੱਖ, ਇੰਨਾ ਸੋਹਣਾ ਮਹਾਂਦਰਾ, ਇੰਨਾ ਸੋਹਣਾ ਦਾੜਾ। ਤੇ ਜਦੋਂ ਇਦਾਂ ਸੋਚ ਰਿਹਾ ਨਾ, ਸ਼ੀਸ਼ੇ ਮੂਹਰੇ ਖੜਾ, ਦਸਤਾਰ ਬੰਨ੍ਹ ਲਈ ਸੋਹਣੀ, ਵਸਤਰ ਪਾ ਲਏ, ਸ੍ਰੀ ਸਾਹਿਬ ਵੀ ਉੱਤੋਂ ਦੀ ਪਾ ਲਈ, ਤੇ ਜਦੋਂ ਆਪਣੇ ਦਾੜੇ ਨੂੰ ਕੰਘੇ ਨਾਲ ਵਾਹੁਣ ਲੱਗਿਆ ਨਾ, ਕੰਘਾ ਕਰਨ ਲੱਗਿਆ ਦਾੜੇ ਦਾ,
ਤੇ ਜਦੋਂ ਕੰਘਾ ਮਾਰਿਆ ਨਾ, ਇੱਕ ਚਿੱਟਾ ਬਾਲ ਆਪਣੀ ਦਾੜੀ ਦੇ ਵਿੱਚ ਉਸਨੂੰ ਦਿਸਿਆ। ਇੱਕ ਚਿੱਟਾ ਬਾਲ, ਸਫੈਦ ਬਾਲ ਆਪਣੀ ਦਾੜੀ ਦੇ ਵਿੱਚ ਉਹਨੂੰ ਨਜ਼ਰ ਆਇਆ। ਉਹਨੇ ਸੋਚਿਆ, ਕਿਉਂਕਿ ਮਨ ਨਾ ਜਿਹੜਾ ਭਟਕਦਾ ਨਾ, ਛੋਟੀ ਤੋਂ ਛੋਟੀ ਚੀਜ਼ ਉੱਤੇ ਵੀ ਭਟਕ ਜਾਂਦਾ। ਕੋਈ ਵੱਡੀ ਚੀਜ਼ ਤੇ ਨਹੀਂ ਵੀ ਕੋਈ ਜਹਾਜ਼ ਹੀ ਖਰੀਦਣਾ ਸ਼ਾਇਦ ਉਹ ਤੇ ਹੀ ਮਨ ਭਟਕੇਗਾ, ਨਹੀਂ, ਕਿਣਕੇ ਤੋਂ ਕਿਣਕੇ ਤੇ ਵੀ ਜਿਹੜਾ ਮਨ ਹੈ ਨਾ ਉਹ ਡੋਲ ਜਾਂਦਾ। ਇਸੇ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਉਹਨਾਂ ਦੀ ਮਹਾਨਤਾ ਲਿਖੀ ਹੈ। ਕਹਿੰਦੇ ਕਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਨਜ਼ਰ ਦੇ ਵਿੱਚ ਸਫਲਾ ਏ? ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਜਿਹੜਾ ਸਿਉਣੇ ਨੂੰ ਵੀ ਮਿੱਟੀ ਮੰਨ ਕੇ ਛੱਡ ਦਿੰਦਾ, ਇੱਥੇ ਉਹਦੀ ਮਹਾਨਤਾ। ਕਿਉਂਕਿ ਕਿਣਕਾ ਕੀ ਹੈ? ਕਿਣਕਾ ਸੋਨੇ ਦਾ ਵੀ ਹੋ ਸਕਦਾ। ਉਸ ਨੂੰ ਮਿੱਟੀ ਮੰਨਣਾ ਕਿਤੇ ਸੌਖੀ ਖੇਡ? ਸਾਡੇ ਸਾਹਮਣੇ ਆ ਜਾਵੇ ਸਿਉਣਾ, ਅਸੀਂ ਤਾਂ ਨਹੀਂ ਮੰਨਾਂਗੇ, ਅਸੀਂ ਤਾਂ ਨਾਲ ਦੀ ਨਾਲ ਚੁੱਕ ਲਵਾਂਗੇ। ਹੋਵੇ ਚਾਹੇ ਪਿੱਤਲੀ, ਉਸ ਨੂੰ ਵੀ ਚੁੱਕ ਕੇ ਨਾ ਸੁਨਿਆਰੇ ਕੋਲੇ ਦੇਖਾਂਗੇ ਵੀ ਘਸਾ ਕੇ ਵੇਖ ਵੀ ਸਿਉਣਾ ਹੀ ਆ, ਵੀ ਸ਼ਾਇਦ ਫਿਰ ਤਾਂ ਲਾਟਰੀ ਲੱਗ ਗਈ, 10-15 ਹਜ਼ਾਰ ਰੁਪਇਆ ਬਣ ਜੂਗਾ ਜੇ ਤੋਲੇ ਦੀ ਹੋਈ ਤਾਂ। ਇਦਾਂ ਹੀ ਹੁੰਦਾ ਨਾ। ਹੋਇਆ ਕਿ ਉਹਨੇ ਉਹ ਇੱਕ ਚਿੱਟਾ ਬਾਲ ਨਾ ਮਨ ਦੇ ਵਿੱਚ ਆ ਗਿਆ ਵੀ ਇਹ ਚਿੱਟਾ ਬਾਲ ਮੇਰੇ ਸੋਹਣੇ ਦਾੜੇ ਨੂੰ ਨਾ, ਸ਼ਿੰਗਾਰ ਨੂੰ ਵਿਗਾੜ ਰਿਹਾ ਹੈ। ਚਿੱਟਾ ਬਾਲ ਮੇਰੇ ਸੋਹਣੇ ਦਾੜੇ ਨੂੰ ਵਿਗਾੜ ਰਿਹਾ, ਕਿਉਂਕਿ ਸ਼ਾਹ ਕਾਲਾ ਦਾੜਾ, ਚੜ੍ਹਦੀ ਜਵਾਨੀ ਹੈ। ਉਹਨੇ ਉਹ ਬਾਲ ਨੂੰ ਪੱਟ ਦਿੱਤਾ, ਨਾਲੋਂ ਤੋੜ ਦਿੱਤਾ, ਵੱਖਰਾ ਕਰ ਦਿੱਤਾ। ਕੰਘਾ ਮਾਰਿਆ, ਤੇਲ ਲਾਇਆ, ਵਧੀਆ ਦਾੜਾ ਚਮਕ ਗਿਆ ਵੀ ਅੱਜ ਤਾਂ ਸਤਿਗੁਰੂ ਮੇਰੇ ਉੱਤੇ ਹੋਰ ਵੀ ਖੁਸ਼ ਹੋਣਗੇ ਵੀ ਮੈਂ ਬਹੁਤ ਸੋਹਣਾ ਲੱਗਾਂਗਾ। ਅੱਜ ਫੇਰ ਜਾ ਕੇ ਸਾਹਮਣੇ ਬਹਿ ਗਿਆ। ਜਦੋਂ ਸਾਹਮਣੇ ਬੈਠਾ, ਸਤਿਗੁਰੂ ਨੇ ਵੇਖਿਆ ਵੀ ਆ ਗਿਆ। ਸਤਿਗੁਰੂ ਦੀ ਨਜ਼ਰ ਪਈ, ਸਤਿਗੁਰੂ ਨੇ ਨਜ਼ਰ ਹਟਾ ਲਈ। ਸਾਰਾ ਦੀਵਾਨ ਸਮਾਪਤ ਹੋ ਗਿਆ, ਕੀਰਤਨ ਹੋ ਗਿਆ, ਕਥਾ ਹੋ ਗਈ, ਅਰਦਾਸ ਹੋ ਗਈ, ਸਾਰਾ ਕੁਝ ਹੋ ਗਿਆ, ਪ੍ਰਸ਼ਾਦ ਵਰਤ ਗਿਆ, ਸੰਗਤ ਉੱਠ ਕੇ ਚਲੀ ਗਈ, ਉਹ ਵੀ ਚਲਿਆ ਗਿਆ। ਵੀ ਚਲੋ ਸਤਿਗੁਰੂ ਦਾ ਅੱਜ ਨਹੀਂ ਧਿਆਨ ਗਿਆ ਹੋਣਾ, ਉਹਨੇ ਮਨ ਵਿੱਚ। ਦੂਸਰੇ ਦਿਨ ਫੇਰ ਚਲਿਆ ਗਿਆ, ਦੂਸਰੇ ਦਿਨ ਫੇਰ ਸਤਿਗੁਰੂ ਨੇ ਵੇਖਿਆ, ਤੀਸਰਾ ਦਿਨ ਆ ਗਿਆ, ਹੁਣ ਰਿਹਾ ਨਹੀਂ ਗਿਆ। ਇੱਕ ਦਿਨ ਲੰਘਿਆ, 2 ਦਿਨ ਲੰਘੇ, ਤੀਜੇ ਦਿਨ ਨਾ ਰਿਹਾ ਨਹੀਂ ਗਿਆ। ਸਤਿਗੁਰੂ ਤੁਸੀਂ ਮੇਰੇ ਵੱਲ ਵੇਖਦੇ ਕਿਉਂ ਨਹੀਂ? ਕੋਈ ਭੁੱਲ ਹੋ ਗਈ, ਕੋਈ ਗੁਨਾਹ ਹੋ ਗਿਆ? ਪਾਤਸ਼ਾਹ ਜੀ ਨੇ ਫੇਰ ਨਾ ਬੋਲੇ, ਨਾ ਵੇਖਿਆ। ਆਖਰ ਚਰਨਾਂ ਉੱਤੇ ਡਿੱਗ ਪਿਆ, ਕਹਿੰਦਾ ਪਾਤਸ਼ਾਹ ਜੇ ਕੋਈ ਮੇਰੀ ਭੁੱਲ ਹੈ ਮੈਨੂੰ ਬਖਸ਼ ਲਓ, ਪਰ ਮੈਥੋਂ ਨਜ਼ਰਾਂ ਨਾ ਫਿਰੋ। ਮੈਨੂੰ ਬਹੁਤ ਇਦਾਂ ਦਾ ਮਹਿਸੂਸ ਹੁੰਦਾ ਵੀ ਮੇਰੀ ਜਾਨ ਨਿਕਲ ਰਹੀ ਹੈ, ਮੈਥੋਂ ਸਹਿਆ ਨਹੀਂ ਜਾਂਦਾ। ਤੁਹਾਡੀ ਕੰਡ ਫੇਰ ਲੈਣੀ ਨਾ ਮੈਥੋਂ ਸਹਿਆ ਨਹੀਂ ਜਾਂਦਾ। ਬਾਣੀ ਵਿੱਚ ਵੀ ਭਗਤ ਕਬੀਰ ਪਾਤਸ਼ਾਹ ਜੀ ਨੇ ਬਖਸ਼ਿਆ। ਸਤਿਗੁਰੂ ਕਹਿੰਦੇ ਮੇਰੇ ਸਰੀਰ ਉੱਤੇ ਆਰਾ ਚੱਲ ਜਾਣਾ ਪ੍ਰਮਾਣ ਹੈ, ਵੱਢਿਆ ਜਾਣਾ ਸਰੀਰ ਪ੍ਰਮਾਣ ਹੈ, ਪਰ ਹੇ ਪ੍ਰਮਾਤਮਾ, ਹੇ ਸਤਿਗੁਰੂ, ਮੇਰੇ ਵੱਲ ਤੂੰ ਪਿੱਠ ਨਾ ਕਰੀ, ਮੇਰੇ ਤੋਂ ਤੂੰ ਕਦੇ ਨਜ਼ਰਾਂ ਨਾ ਫੇਰੀ। ਮੈਂ ਇੰਨਾ ਕੁ ਤੈਨੂੰ ਪਿਆਰ ਕਰਦਾ ਵੀ ਮੇਰੀ ਕਿਸੇ ਗਲਤੀ ਕਰਕੇ ਪਾਤਸ਼ਾਹ ਜੀ ਤੁਸੀਂ ਮੈਥੋਂ ਨਜ਼ਰ ਨਾ ਫੇਰਿਓ। ਕੀ ਕਹਿੰਦੇ ਆ? ਕਹਿੰਦੇ ਕਰਬੱਤ ਭਲਾ ਨਾ ਕਰਬਟ ਤੇਰੀ। ਕਰਬਟ ਕਹਿੰਦੇ ਨੇ ਕੰਡ ਮੋੜ ਲੈਣੀ, ਪਿੱਠ ਕਰ ਦੇਣੀ, ਨਜ਼ਰਾਂ ਚੁਰਾ ਲੈਣੀਆਂ, ਵੇਖਣਾ ਹੀ ਨਹੀਂ। ਬੰਦਾ ਸਾਹਮਣੇ ਆ, ਉਸ ਨੂੰ ਏਦਾਂ ਮਹਿਸੂਸ ਕਰਾਉਣਾ ਵੀ ਤੂੰ ਹੈ ਹੀ ਨਹੀਂ ਮੇਰੇ ਲਈ, ਵੀ ਮੇਰੇ ਲਈ ਤੂੰ ਹੈ ਹੀ ਨਹੀਂ ਇਸ ਦੁਨੀਆ ਤੇ। ਭਗਤ ਜੀ ਕਹਿੰਦੇ ਵੀ ਮੈਨੂੰ ਕਰਬੱਤ ਕਹਿੰਦੇ ਨੇ ਆਰੇ ਨੂੰ, ਕਹਿੰਦੇ ਮੈਨੂੰ ਸਰੀਰ ਤੇ ਆਰਾ ਚੱਲ ਜਾਣਾ ਚੰਗਾ ਏ। ਕਰਬੱਤ ਭਲਾ, ਭਲਾ ਦਾ ਅਰਥ ਹੈ ਚੰਗਾ ਏ, ਨਾ ਕਰਬਟ ਤੇਰੀ, ਸਰੀਰ ਮੇਰਾ ਆਰੇ ਨਾਲ ਵੱਢਿਆ ਜਾਵੇ ਮੈਨੂੰ ਮਨਜ਼ੂਰ ਹੈ, ਪਰ ਤੇਰੀਆਂ ਨਜ਼ਰਾਂ ਫੇਰ ਲੈਣੀਆਂ ਮੈਨੂੰ ਮਨਜ਼ੂਰ ਨਹੀਂ। ਅੱਜ ਉਹ ਸਿੱਖ ਵੀ ਇਦਾਂ ਹੀ ਤਰਲਾ ਕਰ ਰਿਹਾ। ਪਾਤਸ਼ਾਹ ਜੀ ਕਹਿੰਦੇ ਮੈਨੂੰ ਤੇਰਾ ਦਾੜਾ ਬਹੁਤ ਸੋਹਣਾ ਲੱਗਿਆ ਸੀ, ਪਰ ਅੱਜ ਤੂੰ ਮੈਨੂੰ ਸੋਹਣਾ ਨਹੀਂ ਲੱਗਿਆ। 2 ਦਿਨਾਂ ਤੋਂ ਤੂੰ ਵੇਖ ਤੂੰ ਕੀ ਕੀਤਾ। ਕਹਿੰਦਾ ਜੀ ਮੈਂ ਕੀ ਕੀਤਾ? ਮੈਂ ਕੁਛ ਨਹੀਂ ਕੀਤਾ, ਉਵੇਂ ਹੀ ਦਾੜਾ ਮੇਰਾ, ਉਵੇਂ ਹੀ ਪ੍ਰਕਾਸ਼ ਹੈ। ਕਹਿੰਦੇ ਤੇਰੇ ਇੱਕ ਸਫੇਦ ਵਾਲ ਸੀ, ਉਹ ਸਫੇਦ ਵਾਲ ਮੇਰੀ ਨਜ਼ਰ ਦੇ ਵਿੱਚ ਕਹਿੰਦੇ ਏਦਾਂ ਮੰਨ ਲੈ ਅਸਮਾਨ ਦੇ ਵਿੱਚ ਚਮਕਦਾ ਹੋਇਆ ਤਾਰਾ ਸੀ, ਤੂੰ ਤੋੜ ਦਿੱਤਾ।
ਤੂੰ ਉਸ ਮਾਲਕ ਪਰਮਾਤਮਾ ਦੀ ਕਿਰਤ ਦੇ ਖਿਲਾਫ ਗਿਆ, ਉਸ ਮਾਲਕ ਪਰਮਾਤਮਾ ਦੀ ਰਚੀ ਗਈ ਰਚਨਾ ਦੇ ਤੂੰ ਖਿਲਾਫ ਗਿਆ। ਰਚੀ ਹੋਈ ਰਚਨਾ ਦੇਖੋ, ਸੱਚੇ ਮਾਲਕ ਪਰਮਾਤਮਾ ਜੀ ਨਹੀਂ, ਸਾਡਾ ਸਰੀਰ ਰਚਿਆ ਹੈ ਨਾ, ਰਚਨਹਾਰ ਉਹੀ ਹੈ ਨਾ, ਸਾਨੂੰ ਉਹੀ ਦੇ ਰਿਹਾ ਨਾ। ਰਹਿਤਨਾਮਿਆਂ ਦੇ ਵਿੱਚ ਜ਼ਿਕਰ ਆਉਂਦਾ, ਕਹਿੰਦੇ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ। ਕਹਿੰਦੇ ਜਿਹੜਾ ਆਪਣੇ ਜੀਵਨ ਦੇ ਪ੍ਰਤੀ ਬੇਈਮਾਨ ਹੋ ਗਿਆ ਨਾ, ਬੇਈਮਾਨੀ ਆ ਗਈ ਜਿਸ ਦੇ ਅੰਦਰ, ਕਹਿੰਦੇ ਉਹ ਰੱਬ ਦੀ ਬਖਸ਼ੀ ਹੋਈ ਦਾਤ ਨੂੰ ਭੰਨ ਦਿੰਦਾ ਹੈ। ਹੁਣ ਆਪਾਂ ਕੋਈ ਕੰਮ ਕਰਦੇ ਹੋਈਏ, ਆਪਾਂ ਕੋਈ ਕੰਮ ਕਰਦੇ ਹੋਈਏ, ਮੰਨ ਲਓ ਵੀ ਘਰ ਦੇ ਵਿੱਚ ਭੈਣਾਂ ਆਮ ਕਰਕੇ ਮਾਤਾਵਾਂ ਪ੍ਰਸ਼ਾਦਾ ਬਣਾਉਂਦੀਆਂ ਨੇ, ਵੀਰ ਕੋਈ ਕੰਮ ਕਰਦਾ, ਹੁਣ ਪ੍ਰਸ਼ਾਦਾ ਬਣਾ ਰਹੇ ਆ, ਆਟਾ ਗੁੰਨਿਆ ਜਾ ਰਿਹਾ, ਆਟੇ ਵਿੱਚ ਪਾਣੀ ਪਾ ਲਿਆ, ਮਾਤਾ ਭੈਣ ਗੁੰਨ ਰਹੀ ਹੈ, ਉਸ ਆਟੇ ਦੇ ਵਿੱਚ ਆ ਕੇ ਕੋਈ ਮੁੱਠੀ ਭਰ ਕੇ ਰੇਤੇ ਦੀ ਪਾ ਦੇਵੇ, ਪ੍ਰਾਂਤ ਚੱਕ ਕੇ ਸੁੱਟ ਦੇਵੇ ਰੇਤੇ ਵਿੱਚ, ਕਿਵੇਂ ਦਾ ਮਹਿਸੂਸ ਹੋਊਗਾ? ਗੁੱਸਾ ਆਵੇਗਾ ਨਾ। ਵੀਰ ਕੋਈ ਕੰਮ ਕਰ ਰਿਹਾ, ਉਸ ਦੇ ਕੰਮ ਦੇ ਵਿੱਚ ਕੋਈ ਆ ਕੇ ਵਿਘਨ ਪਾ ਦੇਵੇ, ਕੁਛ ਲਿਖ ਰਿਹਾ ਕਾਪੀ ਦੇ ਉੱਤੇ, ਉਹਦਾ ਆ ਕੇ ਪੈਨ ਫੜ ਲਵੇ, ਵਰਕਾ ਪਾੜ ਦੇਵੇ, ਕਿਵੇਂ ਦਾ ਮਹਿਸੂਸ ਹੋਵੇਗਾ? ਕੋਈ ਕੰਮ ਕਰ ਰਿਹਾ, ਕੋਈ ਦੁਕਾਨ ਦੇ ਉੱਤੇ ਆ, ਉਹਦੀ ਦੁਕਾਨ ਦੇ ਉੱਤੇ ਜਿਹੜੀ ਕੁਰਸੀ ਉੱਤੇ ਬੈਠਾ ਉਹ ਕੰਮ ਕਰ ਰਿਹਾ, ਉਹਦੀ ਉਹ ਕੁਰਸੀ ਚੁੱਕ ਕੇ ਲੈ ਜਾਵੇ, ਕਿਵੇਂ ਦਾ ਮਹਿਸੂਸ ਹੋਵੇਗਾ? ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਰ ਰਿਹਾ, ਅਸੀਂ ਕਿਸੇ ਦੇ ਕੰਮ ਦੇ ਵਿੱਚ ਵਿਘਨ ਪਾ ਦਈਏ, ਕਿਵੇਂ ਦਾ ਮਹਿਸੂਸ ਹੋਵੇਗਾ? ਗੁੱਸਾ ਆਵੇਗਾ ਨਾ। ਤੇ ਹੁਣ ਸੋਚੋ, ਉਹ ਮਾਲਕ ਪਰਮਾਤਮਾ ਸਾਡੀ ਰਚਨਾ ਰਚ ਰਿਹਾ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨੇ ਉਭਾਰਿਆ। ਜਿਹੜਾ ਮਾਲਕ ਸਾਡੀ ਰਚਨਾ ਰਚ ਰਿਹਾ, ਸਾਨੂੰ ਸਾਜ ਰਿਹਾ ਸੋਹਣੇ ਅੰਗਾਂ ਦੇ ਨਾਲ, ਹੱਥ ਪੈਰ ਨੱਕ ਮੂੰਹ ਕੰਨ ਹਰੇਕ ਚੀਜ਼ ਮਾਲਕ ਪਰਮਾਤਮਾ ਸਾਜ ਰਿਹਾ, ਸ਼ਿੰਗਾਰ ਕਰ ਰਿਹਾ ਸਾਡਾ। ਸ਼ਿੰਗਾਰ ਕਰਦੇ ਆ ਨਾ ਆਪਾਂ ਵੀ, ਪਰ ਪਰਮਾਤਮਾ ਸ਼ਿੰਗਾਰ ਕਰ ਰਿਹਾ। ਹੁਣ ਕੀਤੇ ਜਾ ਰਹੇ ਪਰਮਾਤਮਾ ਦੇ ਸ਼ਿੰਗਾਰ ਨੂੰ ਅਸੀਂ ਤੋੜ ਭੰਨ ਕਰ ਰਹੇ ਹਾਂ, ਵੀ ਸ਼ਾਇਦ ਅਸੀਂ ਸੋਹਣੇ ਨਹੀਂ ਲੱਗਦੇ, ਜ਼ਿਆਦਾ ਸੋਹਣੇ ਬਣਨ ਲਈ ਅਸੀਂ ਉਸ ਮਾਲਕ ਦੀ ਰਚਨਾ ਨੂੰ ਤੋੜ ਰਹੇ ਹਾਂ, ਤੇ ਅਸੀਂ ਵੀ ਕੀ ਆ? ਬੇਈਮਾਨ। ਤੇ ਸਤਿਗੁਰੂ ਦੀ ਖੁਸ਼ੀ ਫਿਰ ਸਾਨੂੰ ਥੋੜੀ ਮਿਲਣੀ। ਇੱਕ ਬਾਲ ਚਿੱਟਾ ਆਇਆ ਦਾੜੀ ਦੇ ਵਿੱਚੋਂ ਕੱਢਣ ਦੇ ਨਾਲ ਸਤਿਗੁਰੂ ਨੇ ਨਜ਼ਰਾਂ ਫੇਰ ਲਈਆਂ, ਤੇ ਅਸੀਂ ਤਾਂ ਮੂੰਹ ਤੇ ਰਹਿਣ ਹੀ ਕੁਛ ਨਹੀਂ ਦਿੱਤਾ। ਦਾੜਾ ਤਾਂ ਫੇਰ ਵੀ ਬਹੁਤ ਵੱਡਾ, ਮਾਫੀ ਚਾਹੂੰਗਾ ਜੇ ਕਿਸੇ ਨੂੰ ਗੁੱਸਾ ਲੱਗੇ। ਸੇਲੀਆਂ ਕਿੰਨੇ ਕੋ ਬਾਲ ਨੇ ਸੇਲੀਆਂ ਦੇ ਉੱਤੇ, ਪਰ ਅਸੀਂ ਕਟਵਾ ਰਹੇ ਹਾਂ ਨਾ। ਕਿੱਧਰ ਨੂੰ ਤੁਰ ਰਹੇ ਹਾਂ ਅਸੀਂ? ਸਮਾਜ ਕੀ ਹੈ ਸਾਡਾ ਸੱਭਿਆਚਾਰ ਕੀ ਹੈ? ਅਸੀਂ ਕਿਸ ਗੁਰੂ ਦੇ ਸਿੱਖ ਹਾਂ? ਜਿਨ੍ਹਾਂ ਨੇ ਆਪਣੇ ਕੇਸਾਂ ਨੂੰ ਕਤਲ ਕਰਵਾਉਣਾ ਮੁਨਾਸਬ ਨਹੀਂ ਸਮਝਿਆ, ਖੋਪੜੀ ਲਹਾ ਲੈਣੀ ਪ੍ਰਵਾਨ ਕਰ ਲਈ, ਵੀ ਖੋਪੜੀ ਲਾ ਦੇ ਪਰ ਕੇਸ ਨਾ ਕੱਟੀ। ਕਿੰਨਾਂ ਦੇ ਵਾਰਸਾਂ ਸੀ? ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਪੈਰਾਂ ਦੇ ਵਿੱਚੋਂ ਜੁੱਤੀ ਉਤਾਰ ਦਿੱਤੀ। ਦਇਆ ਸਿੰਘ ਪੁੱਛਦਾ, ਪਾਤਸ਼ਾਹ ਜੁੱਤੀ ਕਿਉਂ ਉਤਾਰ ਦਿੱਤੀ? ਪਹਾੜੀ ਰਸਤਾ ਏ, ਜੰਗਲੀ ਰਸਤਾ ਏ, ਕੱਚ ਹੋਊਗਾ, ਕੰਡੇ ਹੋਣਗੇ, ਰੋੜੇ ਹੋਣਗੇ, ਪੱਥਰ ਹੋਣਗੇ ਨੁਕੀਲੇ, ਤੁਹਾਡੇ ਪੈਰਾਂ ਦੇ ਵਿੱਚ ਵੱਜਣਗੇ, ਖੂਨ ਨਿਕਲ ਆਵੇਗਾ, ਜ਼ਖਮ ਹੋ ਜਾਣਗੇ। ਕਹਿੰਦੇ ਦਇਆ ਸਿੰਘ ਕੋਈ ਫਿਕਰ ਨਹੀਂ, ਕੋਈ ਪਰਵਾਹ ਨਹੀਂ। ਪਾਤਸ਼ਾਹ ਜੋੜਾ ਤਾਂ ਪਹਿਨ ਲਵੋ। ਨਹੀਂ। ਕਹਿੰਦੇ ਕਿਉਂ? ਕਹਿੰਦੇ ਇਸ ਜੰਗ ਦੇ ਵਿੱਚ ਮੇਰੇ ਉਹ ਪਿਆਰੇ ਸਿੱਖ ਸ਼ਹੀਦ ਹੋਏ ਨੇ ਜਿਨ੍ਹਾਂ ਦੀਆਂ ਲਾਸ਼ਾਂ ਉੱਥੇ ਪਈਆਂ ਨੇ। ਲੜਦਿਆਂ ਦੇ ਜੰਗ ਦੇ ਮੈਦਾਨ ਵਿੱਚ ਜੂਝਦਿਆਂ ਦੇ ਉਹਨਾਂ ਦੇ ਦਸਤਾਰੇ ਖੁੱਲ ਗਏ ਹੋਣਗੇ, ਜਦੋਂ ਡਿੱਗੇ ਹੋਣਗੇ ਘੋੜਿਆਂ ਦੇ ਉੱਤੋਂ, ਤਾਂ ਉਹਨਾਂ ਦੇ ਕੇਸ ਖੁੱਲ ਕੇ ਧਰਤੀ ਤੇ ਪਏ ਹੋਣਗੇ। ਮੈਂ ਨਹੀਂ ਚਾਹੁੰਦਾ ਕਿ ਮੇਰੇ ਪੈਰ ਦੀ ਜੁੱਤੀ ਵੀ ਉਸ ਕੇਸ ਨੂੰ ਲੱਗੇ। ਅਸੀਂ ਕੀ ਮੁੱਲ ਪਾਇਆ? ਅਸੀਂ ਉਸੇ ਜਿਹੜੇ ਚਮੜੇ ਦੇ ਉੱਤੇ ਨਾਈ ਬੈਠਾ ਉਸ ਤਰ੍ਹਾਂ ਫੇਰਦਾ, ਸਾਫ਼ ਕਰਦਾ, ਅਸੀਂ ਉਸੇ ਲਹਾ ਕੇ ਆ ਜਾਂਦੇ ਹਾਂ। ਕੀ ਅਸੀਂ ਮੁੱਲ ਪਾਇਆ? ਸੋਚਣਾ ਤਾਂ ਪਵੇਗਾ ਨਾ, ਵਿਚਾਰਨਾ ਤਾਂ ਪਵੇਗਾ ਨਾ, ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਪ੍ਰਵਾਨ ਕਰ ਲਈਆਂ, ਆਪਣੇ ਪੈਰਾਂ ਵਿੱਚੋਂ ਜੋੜਾ ਨਾ ਪਹਿਨਣਾ ਪ੍ਰਵਾਨ ਕਰ ਲਿਆ, ਪੈਰਾਂ ਦੇ ਵਿੱਚ ਕੰਡੇ ਵੱਜਣੇ ਪ੍ਰਵਾਨ ਕਰ ਲਏ, ਵੀ ਕੋਈ ਪਰਵਾਹ ਨਹੀਂ, ਕੰਡੇ ਵੱਜ ਜਾਣਗੇ, ਕੋਈ ਪਰਵਾਹ ਨਹੀਂ, ਪੈਰ ਪਾੜ ਜਾਣਗੇ, ਜ਼ਖਮੀ ਹੋ ਜਾਣਗੇ, ਲਹੂ ਨਿਕਲ ਆਵੇਗਾ, ਪਰ ਕੋਈ ਪਰਵਾਹ ਨਹੀਂ। ਅੱਖ ਵਿੱਚੋਂ ਅਥਰੂ ਨਹੀਂ ਨਿਕਲਿਆ। ਜਦੋਂ ਰਾਏ ਕੱਲਾ ਰਾਏਕੋਟ ਤੋਂ ਜਾ ਕੇ ਮਿਲਿਆ ਨਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ, ਤੇ
अथरू नहीं अख च। साहब छोटे साहबजादियां ते माता गुजर कौर जी की शहीदी का भी पता लग गया, दस दिता गया भी शहीद हो गए ने। इदा जालमा ने कोह के शहीद किया साहबजादियां नूं, अख चों हंझू नहीं। क्यों? क्योंकि उन्होंने दमदमा साहब की धरती ते पहुंच के माता साहब कौर ने जो पूछा ना कित्थे ने साहबजादे वड्डे, कहंदे वार दिते, सामने खड़े इदा, कहंदे कित्थे आ? सारी सिख संगत आ गई, तुहाडे नाल दे सिंह आ गए, घोड़सवार आ गए, हाथी सवार आ गए, तुहाडे नाल दे दया सिंह आ गए, पंज प्यारिਆਂ ਦੇ ਵਿੱਚੋਂ ਸਿੰਘ पहुंच गए ने, पर अजीत सिंह नहीं दिसदा। सतगुरु कहंदे वारता। चलो कहंदे जुझार सिंह कित्थे आ? कहंदे वो भी वारता। फिर दूर तक नज़र मारी माता साहब कौर ने, कहंदे पातशाह छोटे साहबजादे भी नहीं दिस रहे, माता जी कित्थे ने? कहंदे वो भी वारते। कहंदे की तो वारते? इतिहास ने बचन लिखे, कहंदे इन पुत्रन के, हथ कीता गुरु पातशाह जी ने साडे वाल, साडे बजुर्गों वाल, किदे? कहंदे इन पुत्रन के सीस परिवार दी सुत चार, चार मूए तो क्या भया जीवत कई हजार। कहंदे आ हजारां पुत मेरी गोदी दा शिंगार ने, अपने चार पुत गोदी विचों कढ के आपां नूं बिठाया सी, ते आपां की मुल पाया? आपां की मुल पाया? केसगढ़ साहब, आनंदपुर साहब दे विच किला बनाया सतगुरु ने, केसगढ़ साहब अज साडा तख्त है। केसगढ़ साहब केसां दी एडी महानता है कि सतगुरु ने किला बना दिता कि सदा लई सिख पंथ दे अंदर बनिया रवे, लोकां नूं पहचान बनी रवे भी कदे केसां दे उत्ते आच नहीं आउण दित्ती जावेगी। अपना आप प्रवान कुर्बान करना प्रवान है। इस किले दे उत्ते कोई आके हल्ला नहीं कर सकता, इस किले दे उत्ते आके कोई धावा नहीं बोल सकता। दुश्मन लख चढ़ के आवे जवाब दिता जाएगा, पर इस किले वाल किसी नूं झाकण नहीं दिता जाएगा। क्यों? क्योंकि केसां दी मोहर दा सत्कार। केसगढ़ साहब उच्चा ही है ना, केस साडा जूड़ा सिर दी चोटी ते है ना, ते इस करके आनंदपुर साहब दी चोटी दी पहाड़ी ते बनाया सी कि कल नूं कोई आके ये सवाल ना करे भी सानू केस रखने जरूरी ने कि नहीं। वैसे भी मालक दी दात है, इनू किवें छड्ड देवांगे? सुख है। सतगुरु सच्चे पातशाह जी कहंदे फेर के अगे रखिए जित दिसै दरबार, हे पातशाह जी मैं तेरे दर ते की रखा, मैं तेरे दर विच सोहना लगा। कहंदे महों के बोलन बोली है जित सुन धरे प्यार, हे पातशाह जी मैं अपने मूँह तो केड़ा बोल बोलां जिस बोल नूं सुन के तू मैनू प्यार करे। की कहां कि मैं धन धन साहब श्री सतगुरु जी जां धन धन श्री गुरु ग्रंथ साहब महाराज जी, मैं की कहां आके जिस बोलां नूं सुन के तुसी मैनू प्यार करो। कहंदे कुछ ना कहे भरावा, आ बने हथ। सतगुरु कहंदे कुछ नहीं चाहिदा। धन गुरु नानक पातशाह जी कहंदे कुछ नहीं चाहिदा सतगुरु दे दर ते, चाहिदा की है? कहंदे अमृत वेला सच नाओ वडियाई विचार, कुछ नहीं चाहिदा। कहंदे उस अमृतमई सच्चे नाम दी विचार नूं तू संभाल लै, अमृत वेला संभाल लै, सच्चे नाम दी विचार नूं संभाल लै, तेरा जिंदगी अमृतमई बन जावे, तेरी जिंदगी दे विच अमृत आ जावे, रस आ जावे, आनंद आ जावे। इत्थे पटावां दी लोड़ नहीं, इत्थे तेरे वल्लों कोई बहुतियां उस्तत करन दी लोड़ नहीं भी शायद किसी दे गुण गा के तैनूं कुछ मिल जाएगा। नहीं, सतगुरु दे दर उत्ते भावें जेब कुड़ते ते लगी है भावें ना लगी है, तू गुरु घर आ जा। तेरी जेब विच है कुछ नहीं है, तू गुरु घर आ जा, तैनूं मना नहीं। इत्थे नहीं भी तेरी जेब विच कुछ होवेगा तां ही तू बैठ सकदा, तां ही तू बाणी पढ़ सकदा। नहीं, तू आ बाणी पढ़ विचार। साडे बहुतियां ने भी धक्का कीता, इसे करके साडा समाज जिहड़ा सिੱਖੀ तो दूर हो गया। साडिਆਂ ने धक्का कीता नहीं, धक्के नाल नहीं, प्यार नाल प्रेरणा दे के सच्ची बाणी का ज्ञान जिहड़ा साझा करके। सतगुरु कहंदे कवन संजोग मिलो प्रभ अपने, किहड़े संजोग दे नाल मैं तैनूं मिलां दाता जी। कहंदे पल पल निमख सदा हर जपने। कहंदे पल पल हरेक पल पल निमख बिल्कुल थोड़ा जिहा समा अपनी अख झमक जाती है ना, आपे आपां नूं पता नहीं लगता। कदे महसूस करके वेखो किन्ने बार झमकदी है एक सेकंड दे विच।
ਕਹਿੰਦੇ ਇਦੋਂ ਵੀ ਥੋੜੇ ਸਮੇਂ ਜਿੰਨਾ ਤੂੰ ਮਾਲਕ ਨੂੰ ਯਾਦ ਕਰ, ਤੇਰਾ ਮਨ ਸੱਚੇ ਮਾਲਕ ਦੇ ਵਿੱਚ ਆਪੇ ਜੁੜ ਜਾਵੇਗਾ। ਤੇਰੇ ਮਨ ਦੇ ਵਿੱਚ ਮਾਲਕ ਦਾ ਨਾਮ ਆਪੇ ਮਿੱਠਾ ਲੱਗਣ ਲੱਗ ਜਾਵੇਗਾ। ਕੋਈ ਬਹੁਤੀ ਦੇਰ ਨਹੀਂ, ਬਸ ਥੋੜਾ ਜਿਹਾ ਜਪ ਲੈ। ਐਸੀ ਕਿਰਪਾ ਕਰੋ ਪ੍ਰਭ ਮੇਰੇ, ਹੇ ਮੇਰੇ ਮਾਲਕ ਜੀ। ਅਰਦਾਸ ਹੈ ਹੁਣ ਸਤਿਗੁਰੂ ਅੱਗੇ, ਹੇ ਮੇਰੇ ਮਾਲਕ ਜੀ ਮੇਰੇ ਉੱਤੇ ਕਿਰਪਾ ਕਰੋ। ਹੇ ਤੂੰ ਦਿਆਲੂ ਹੈ, ਕਿਰਪਾਲੂ ਹੈ ਮੇਰੇ ਮਾਲਕ ਜੀ, ਤੂੰ ਦਾਤਾਂ ਦੇਣ ਵਾਲਾ ਹੈ, ਤੂੰ ਸਵਾਸ ਬਖਸ਼ਣ ਵਾਲਾ ਹੈ। ਤੂੰ ਕਿਰਪਾ ਕਰ ਮੇਰੇ ਤੇ, ਰਹਿਮਤ ਕਰ ਕਿ ਹਰ ਨਾਨਕ ਬਿਸਰ ਨਾ ਕਾਹੂ ਮੇਰੇ ਮਨ ਦੇ ਵਿੱਚੋਂ ਕਦੇ ਵੀ, ਹੇ ਸੱਚੇ ਪਾਤਸ਼ਾਹ ਜੀ ਤੂੰ ਵਿਸਰੇ ਨਾ, ਮੈਨੂੰ ਸਦਾ ਤੂੰ ਚੇਤੇ ਰਵੇਂ। ਮੇਰੇ ਮਨ ਦੇ ਗੁਰੂ ਨਾਨਕ ਪਾਤਸ਼ਾਹ ਜੀ ਗੱਲ ਕਰ ਰਹੇ ਨੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਨਾਨਕ ਜੋਤ ਇਹ ਗੱਲ ਕਹਿ ਰਹੀ ਹੈ ਵੀ ਮੇਰੇ ਮਨ ਦੇ ਵਿੱਚੋਂ ਕਦੇ ਵੀ, ਹੇ ਮੇਰੇ ਮਾਲਕ ਜੀ ਤੂੰ ਵਿਸਰੇ ਨਾ, ਤੂੰ ਸਦਾ ਮੈਨੂੰ ਚੇਤੇ ਵਿੱਚ ਰਵੇਂ, ਮੈਨੂੰ ਭੁੱਲੇ ਨਾ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਮੈਨੂੰ ਤੇਰਾ ਨਾਮ ਚਾਹੀਦਾ, ਮੈਨੂੰ ਬਾਕੀ ਸਾਰਾ ਕੁਝ ਮਿਲ ਰਿਹਾ। ਮੈਨੂੰ ਜ਼ਿੰਦਗੀ ਦੇ ਵਿੱਚ ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਜਾ ਰਿਹਾ, ਮੈਨੂੰ ਹਰੇਕ ਚੀਜ਼ ਵਸਤੂ ਲੋੜ ਅਨੁਸਾਰ ਮਿਲ ਰਹੀ ਹੈ, ਮੈਨੂੰ ਤੇਰਾ ਨਾਮ ਨਹੀਂ ਮਿਲ ਰਿਹਾ। ਤੂੰ ਮੈਨੂੰ ਨਾਮ ਦੇ ਦੇ ਆਪਣਾ। ਗੁਣ ਗਾਵਾਂ ਦਿਨ ਰਾਤ, ਅੱਠੇ ਪਹਿਰ ਦਿਨ ਤੇ ਰਾਤ ਸਦਾ ਮੈਂ ਤੇਰੀ ਵਡਿਆਈ ਗਾਉਂਦਾ ਰਵਾਂ। ਨਾਨਕ ਚਾਓ ਇਹੋ, ਨਾਨਕ ਨੂੰ ਤਾਂ ਬਸ ਇਹੀ ਚਾਅ ਏ, ਹੋਰ ਕੋਈ ਚਾਅ ਨਹੀਂ। ਬਾਕੀ ਚਾਅ ਛੱਡ ਦੋ, ਆਸਾਂ ਸਭੇ ਲਾ ਕੇ ਇੱਕੋ ਆਸ ਕਮਾਓ। ਆਸਾਂ ਸਾਰੀਆਂ ਲਾ ਕੇ ਇੱਕੋ ਆਸ ਹੈ, ਕਿਹੜੀ? ਤੇਰੇ ਨਾਮ ਦੀ, ਹੋਰ ਮੈਨੂੰ ਆਸ ਕੋਈ ਨਹੀਂ। ਸਤਿਗੁਰੂ ਰਹਿਮਤ ਕਰੇ, ਕਿਰਪਾ ਕਰੇ, ਇਹ ਨਾਮ ਦੀ ਦਾਤ ਸਾਡੇ ਮਨ ਵਿੱਚ ਵੀ ਵਸ ਜਾਵੇ, ਫੇਰ ਹੀ ਸਤਿਗੁਰੂ ਰਹਿਮਤ ਕਰਨਗੇ, ਫੇਰ ਹੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰੂ ਰਹਿਮਤ ਕਰਨ, ਆਪ ਸਭਨਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾਂ ਸਤਿਗੁਰੂ ਦਰ ਪ੍ਰਵਾਨ ਕਰਨ। ਮੇਰੀਆਂ ਭੁੱਲਾਂ ਨਾ ਚਿਤਾਰਨੀਆਂ। ਲਗਾਤਾਰ ਲੜੀਵਾਰ ਵਿਚਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਚੱਲ ਰਹੀ ਹੈ, ਜਿਸ ਦੇ ਵਿੱਚੋਂ ਕੁਝ ਦਿਨ ਮੈਨੂੰ ਵੀ ਸੇਵਾ ਨਿਭਾਉਣ ਦਾ, ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਹੈ। ਸੋ ਸੰਗਤਾਂ ਵੱਧ ਚੜ ਕੇ ਪਹੁੰਚਿਆ ਕਰੋ ਤਾਂ ਕਿ ਬਾਣੀ ਅਨੁਸਾਰ ਅਸੀਂ